गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। अज का जो दिहाड़ा है धन धन श्री गुरु अर्जन देव जी महाराज, उन्हों की शहादत नूं आप सारे कोट कोट प्रणाम करते हैं। जो आपनूं गुरु अर्जन देव जी महाराज ने गुरबाणी गुरु विच उपदेश दिता, साडे सारे जीवां दे भले वास्ते। महाराज समझाउंदे कि जे असीं निरंकार नूं परमात्मा नूं जपांगे, ਉਹਦਾ सिमरन करांगे, फिर साडा मन दोबारा संकट च नहीं जाएगा। सानूं दोबारा वापस जूनां दे विच नहीं आउणा पएगा, असीं जन्म मरण तो मुक्त हो जाएंगे। महाराज फरमाउंदे ने जपे ओ जन अर्जन देव गुरु, फिर संकट जून गर्भ ना आयो। ਉਹਨੂੰ फिर संकट ਦੇ ਵਿੱਚ गर्भ ਦੇ ਵਿੱਚ नहीं आउणा ਪੈਂਦਾ ਜੇ ਜੀਵ ਜਪੇ। ਹੁਣ ਜਪਣਾ ਕਿਸ ਨੂੰ ਹੈ? ਜਿਨ੍ਹਾਂ ਨੂੰ ਉਹਨਾਂ ਨੇ ਆਪ ਜਪਿਆ, ਮਾਲਕ ਨੂੰ ਜਪ ਕੇ ਮਾਲਕ ਦਾ ਰੂਪ ਹੋ ਗਏ,
ਉਹਨਾਂ ਦੇ ਵਿੱਚ ਲੀਨ ਹੋ ਗਏ। ਉਹਨਾਂ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ, ਪ੍ਰਤੱਖ ਹਰੀ ਦਾ ਰੂਪ ਨੇ। ਮਾਰੇ ਫਰਮਾਉਂਦੇ ਭੰਨ ਮਥਰਾ ਕਿਛ ਭੇਦ ਨਾਹੀਂ, ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਦਾ ਰੂਪ ਨੇ, ਉਹਨਾਂ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ, ਕੋਈ ਭੇਦ ਨਹੀਂ। ਹੁਣ ਇਹ ਅਵਸਥਾ ਉਹਨਾਂ ਦੀ ਕਿਵੇਂ ਬਣੀ, ਉਹ ਰਾਮਾਂ ਨੂੰ ਗੁਰਬਾਣੀ ਗੁਰੂ ਵਿੱਚ ਉਹਨਾਂ ਨੇ ਭੇਜ ਦਿੱਤਾ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ, ਉਹਨਾਂ ਦੇ 3 ਸਾਹਿਬਜ਼ਾਦੇ ਸੀ। ਸਭ ਤੋਂ ਵੱਡੇ ਪ੍ਰਿਥਵੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ ਅਤੇ ਉਹਨਾਂ ਤੋਂ ਛੋਟੇ ਗੁਰੂ ਅਰਜਨ ਦੇਵ ਜੀ। ਹੁਣ ਜੋ ਪ੍ਰਿਥਵੀ ਚੰਦ ਸਨ, ਉਹ ਸੰਗਤ ਨਹੀਂ ਸੀ ਕਰਦੇ, ਸਿਮਰਨ ਨਹੀਂ ਸੀ ਕਰਦੇ। ਉਹਨਾਂ ਦੀ ਜਿਹੜੀ ਬਹਿਣੀ ਉੱਠਣੀ ਸੀ ਮਨਮੁਖਾਂ ਨਾਲ ਸੀ। ਜਿਹੜੇ ਮਹਾਦੇਵ ਸਨ ਉਹ ਸਾਧੂ ਸੁਭਾਅ ਸਨ, ਅਤੇ ਗੁਰੂ ਅਰਜਨ ਦੇਵ ਜੀ ਸੰਗਤ ਕਰਦੇ। ਫਿਰ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਚੱਲ ਕੇ ਗੁਰੂ ਰਾਮਦਾਸ ਜੀ ਜੋ ਅਕੱਥ ਕਹਾਣੀ ਕਰਦੇ, ਮਾਲਕ ਨੂੰ ਮਿਲਾਪ ਦਾ ਰਸਤਾ ਦੱਸਦੀ, ਸੰਗਤਾਂ ਸੁਣਦੀਆਂ, ਲਾਹਾ ਕੱਟਦੀਆਂ, ਜੀਵਨ ਮੁਕਤ ਹੁੰਦੇ, ਮਾਲਕ ਨਾਲ ਮਿਲਾਪ ਕਰਦੇ ਜੀਵ। ਸੰਗਤਾਂ ਵਿੱਚੋਂ ਹੀ ਗੁਰਮੁਖਾਂ ਨੇ ਬੇਨਤੀ ਕੀਤੀ ਗੁਰੂ ਰਾਮਦਾਸ ਜੀ ਨੂੰ ਕਿ ਜੋ ਪ੍ਰਿਥਵੀ ਚੰਦ ਹੈ ਉਹ ਦੁਬਦਾ ਵਿੱਚ ਚਲਾ ਗਿਆ। ਜੇ ਤੁਸੀਂ ਸੰਗਤ ਰੂਪ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਸਮਝਾਵੋ ਅਤੇ ਸੰਗਤ ਦਾ ਅਸਰ ਹੁੰਦਾ ਹੈ ਜੀਵ ਦੇ ਮਨ ਦੇ ਉੱਤੇ, ਸੰਗਤ ਦੀ ਦ੍ਰਿਸ਼ਟੀ ਪੈਂਦੀ ਹੈ, ਅਤੇ ਹੋ ਸਕਦਾ ਹੈ ਉਹ ਵੀ ਸੰਗਤ ਕਰਨ ਲੱਗ ਜਾਣ, ਉਹ ਵੀ ਮਾਲਕ ਨਾਲ ਮਿਲਾਪ ਕਰ ਲੈਣ, ਅਤੇ ਉਹਨਾਂ ਦਾ ਵੀ ਜਿਹੜਾ ਜੀਵਨ ਹੈ ਇਹ ਦੁਬਦਾ ਵਾਲੇ ਪਾਸਿਓਂ ਹਟ ਕੇ ਪ੍ਰੇਮ ਦੇ ਮਾਰਗ 'ਤੇ ਚੱਲ ਪੈਣ। ਉਹਨਾਂ ਦੇ ਕਹਿਣ 'ਤੇ ਫਿਰ ਸਿੱਖਾਂ ਨੂੰ ਭੇਜਿਆ ਗਿਆ ਵੀ ਬੁਲਾ ਕੇ ਲੈ ਕੇ ਆਓ। ਜਦੋਂ ਸਿੱਖ ਬੁਲਾਉਣ ਗਏ ਅਤੇ ਪ੍ਰਿਥਵੀ ਚੰਦ ਉਹਨਾਂ ਕੋਲ ਹੀ ਬੈਠੇ ਸੀ, ਜਿਹੜੇ ਜੀਵ ਦੁਬਦਾ ਵਸਤ ਸੀ, ਜਿਹੜੇ ਗੁਰੂ ਘਰ ਦੇ ਦੁਖੀ ਸੀ, ਜਿਹੜੇ ਆਪ ਦੁਬਦਾ ਵੈਰ ਵਿਰੋਧ ਕਰਦੇ ਸੀ। ਸਿੱਖਾਂ ਨੇ ਜਾ ਕੇ ਸੁਨੇਹਾ ਦਿੱਤਾ ਵੀ ਗੁਰੂ ਸਾਹਿਬ ਨੇ ਤੁਹਾਨੂੰ ਬੁਲਾਏ, ਅਤੇ ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਚਲੋ ਮੈਂ ਆਉਂਦਾ। ਅਤੇ ਜਿਨ੍ਹਾਂ ਦੇ ਕੋਲ ਬੈਠੇ ਸੀ ਉਹਨਾਂ ਨੇ ਫਿਰ ਉਹਨਾਂ ਨੂੰ ਪੁੱਠੀ ਪੱਟੀ ਪੜ੍ਹਾ ਦਿੱਤੀ ਵੀ ਦੇਖੋ ਤੁਹਾਡੇ ਪਿਤਾ ਜੇ ਤੁਹਾਨੂੰ ਸਮਝਾਉਣਾ ਚਾਹੁੰਦੇ ਅਤੇ ਅੰਦਰ ਬੈਠ ਕੇ ਤੁਹਾਨੂੰ ਇਕੱਲਿਆਂ ਨੂੰ ਸਮਝਾਉਂਦੇ। ਹੁਣ ਸੰਗਤ ਦੇ ਵਿੱਚ ਤੁਹਾਨੂੰ ਇਸ ਕਰਕੇ ਬੁਲਾਇਆ ਵੀ ਸਾਰਿਆਂ ਦੇ ਵਿੱਚ ਤੁਹਾਡੀ ਬੇਇੱਜ਼ਤੀ ਕਰਨ, ਇਸ ਤੋਂ ਪਹਿਲਾਂ ਵੀ ਉਹ ਤੁਹਾਡੀ ਬੇਇੱਜ਼ਤੀ ਕਰਨ, ਤੁਸੀਂ ਉਹਨਾਂ ਦੀ ਕਰਦੇ ਹੋ। ਉਹ ਇਸੇ ਤਰ੍ਹਾਂ ਹੀ ਦੁਬਦਾ ਵਸ ਹੋਇਆ ਜਦੋਂ ਆਇਆ ਸੰਗਤ ਦੇ ਵਿੱਚ, ਅਤੇ ਉਹਨੇ ਫਿਰ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਨੂੰ ਵੀ ਮਾੜਾ ਬੋਲੇ ਅਤੇ ਗੁਰੂ ਰਾਮਦਾਸ ਜੀ ਨੂੰ ਵੀ ਫਿੱਕਾ ਬੋਲੇ। ਮਹਾਰਾਜ ਨੇ ਆਖਿਆ ਵੀ ਜਿਹੜੇ ਮਾਂ ਪਿਓ ਨੇ ਜਨਮ ਦਿੱਤਾ ਹੋਵੇ ਬੱਚਿਆਂ ਨੂੰ, ਉਹਨਾਂ ਮਾਤਾ ਪਿਤਾ ਨੂੰ ਫਿੱਕਾ ਜਾਂ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ, ਉਹਨਾਂ ਨੂੰ ਪਾਪ ਲੱਗਦਾ। ਪਰ ਉਹ ਦੁਬਦਾ ਵਸ ਹੋਇਆ ਹੋਣ ਕਰਕੇ ਉਹਨੇ ਬੜਾ ਮਾੜੇ ਵਚਨ ਬੋਲੇ, ਬੜਾ ਫਿੱਕਾ ਬੋਲਿਆ। ਅਤੇ ਮਹਾਰਾਜ ਨੇ ਫਿਰ ਗੁਰਬਾਣੀ ਗੁਰੂ ਵਿੱਚ ਉਵੇਂ ਹੀ ਦੱਸਿਆ। ਮਹਾਰਾਜ ਫਰਮਾਉਂਦੇ ਨੇ ਕਾਹੇ ਝਗੜਤ ਪੁੰਗੁਤ ਹਉ ਸੰਗ ਬਾਪ, ਜਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਉ ਝਗੜਤ ਪਾਪ। ਵੀ ਜਿਹੜੇ ਮਾਂ ਪਿਓ ਨੇ ਜਨਮ ਦਿੱਤਾ ਹੋਵੇ, ਜੇ ਬੱਚੇ ਉਹਨਾਂ ਨੂੰ ਹੀ ਮਾੜੇ ਵਚਨ ਬੋਲਣ, ਉਹਨਾਂ ਨੂੰ ਹੀ ਫਿੱਕਾ ਬੋਲਣ ਮਾਂ ਪਿਓ ਨੂੰ, ਅਤੇ ਉਹਨਾਂ ਦਾ ਮਨ ਜਿਹੜਾ ਦੁਖੀ ਰਹਿੰਦਾ ਹੈ, ਸੁਖੀ ਨਹੀਂ ਹੋ ਸਕਦਾ। ਪਰ ਉਹ ਦੁਬਦਾ ਵਸ ਹੋਣ ਕਰਕੇ ਉਹਨੇ
बड़े माड़े वचन बोले गुरु रामदास जी ਨੂੰ भी। ਤੇ ਉੱਥੇ ਗੁਰੂ ਅਰਜਨ ਦੇਵ ਜੀ ਛੋਟੇ ਸੀ ਹਜੇ, ਬਾਲਕ ਦੇ ਰੂਪ 'ਚ ਉਹਨਾਂ ਨੂੰ ਵੀ ਫਿੱਕਾ ਬੋਲਿਆ, ਮਾੜਾ ਬੋਲਿਆ। ਇਸੇ ਤਰ੍ਹਾਂ ਬੋਲਦੇ ਬੋਲਦੇ ਗੁੱਸੇ ਵਿੱਚ ਜਦੋਂ ਬਾਹਰ ਚਲੇ ਗਏ ਸੰਗਤ ਦੇ ਵਿੱਚੋਂ, ਫਿਰ ਸੰਗਤ ਨੇ ਬੇਨਤੀ ਕੀਤੀ ਵੀ ਜਿਸ ਹਿਸਾਬ ਦੇ ਨਾਲ ਉਹ ਬੋਲ ਕੇ ਗਏ ਨੇ, ਹੋ ਸਕਦਾ ਵੀ ਗੁਰੂ ਅਰਜਨ ਦੇਵ ਜੀ ਛੋਟੇ ਇਹਨਾਂ ਦਾ ਨੁਕਸਾਨ ਕਰਨ, ਇਹਨਾਂ ਨੂੰ ਕੋਈ ਤਕਲੀਫ ਪਹੁੰਚਾਉਣ। ਬਈ ਜੇ ਤੁਸੀਂ ਆਗਿਆ ਦੇਵੋ ਤੇ ਅਸੀਂ ਇਹਨਾਂ ਨੂੰ ਆਪਦੇ ਨਾਲ ਲੈ ਜਾਂਦੇ ਹਾਂ। ਸੰਗਤ ਲਾਹੌਰ ਤੋਂ ਆਈ ਸੀ। ਬਈ ਜਦੋਂ ਥੋੜ੍ਹਾ ਮਾਹੌਲ ਠੀਕ ਹੋ ਜਾਏਗਾ ਤੇ ਫਿਰ ਇਹਨਾਂ ਨੂੰ ਵਾਪਸ ਲੈ ਆਵਾਂਗੇ। ਮਹਾਰਾਜ ਨੇ ਇਜਾਜ਼ਤ ਦੇ ਕੇ ਫਿਰ ਸੰਗਤਾਂ ਦੇ ਨਾਲ ਉਹਨਾਂ ਨੂੰ ਉੱਥੇ ਲਾਹੌਰ ਭੇਜ ਦਿੱਤਾ। ਜਦੋਂ ਗੁਰੂ ਅਰਜਨ ਦੇਵ ਜੀ ਉੱਥੇ ਗਏ, ਉੱਥੇ ਉਹਨਾਂ ਨੂੰ ਸੰਗਤ ਨਾ ਮਿਲੇ। ਹੁਣ ਇੱਥੇ ਰੋਜ਼ ਸੰਗਤ ਕਰਦੇ ਸੀ, ਰੋਜ਼ ਸੰਗਤਾਂ ਆਉਂਦੀਆਂ, ਅਭਿਆਸ ਹੁੰਦਾ। ਉੱਥੇ ਸੰਗਤ ਨਾ ਮਿਲੇ ਤੇ ਉਦਾਸ ਰਹਿਣ ਲੱਗੇ। ਹੁਣ ਉੱਥੇ ਜੀਵ ਸਤਿਕਾਰ ਤਾਂ ਬਹੁਤ ਕਰਨ, ਉਹਨਾਂ ਨੂੰ ਘਰ ਦੇ ਵਿੱਚ ਲੈ ਕੇ ਜਾਣ, ਜੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ ਘਰ ਦੇ ਵਿੱਚ ਲਿਜਾਣ, ਲਿਜਾ ਕੇ ਉਹਨਾਂ ਨੂੰ ਫਿਰ ਆਪਦੇ ਦੁੱਖ ਦੱਸਣੇ ਸ਼ੁਰੂ ਕਰਨ। ਕੋਈ ਉਹਨਾਂ ਨੂੰ ਆਪਦੇ ਸਰੀਰ ਦਾ ਦੁੱਖ ਦੱਸੇ, ਮੈਨੂੰ ਆਹ ਰੋਗ ਹੈ, ਕੋਈ ਹੋਰ ਸੰਸਾਰ ਦੀਆਂ ਦੁਨਿਆਵੀ ਗੱਲਾਂ ਕਰਨ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਤਾਂ ਸਿਰਫ ਸੰਸਾਰ ਦੇ ਵਿੱਚ ਮਾਇਆ ਦੇ ਕਰਕੇ ਰੋਂਦੇ ਨੇ, ਮਾਇਆ ਕਰਕੇ ਦੁਖੀ ਨੇ, ਵੀ ਜਿਹੜੀ ਮੇਰੇ ਮਨ ਦੀ ਹਾਲਤ ਹੈ ਉਹ ਤਾਂ ਇਹ ਸਮਝਦੇ ਨਹੀਂ। ਬਈ ਮੇਰਾ ਮਨ ਹੈ ਜਿਹੜਾ ਉਹ ਕੀ ਚਾਹੁੰਦਾ ਹੈ, ਬਈ ਸੰਗਤ ਗੁਰਮੁਖਾਂ ਦੀ ਹੋਵੇ, ਮਾਲਕ ਦਾ ਸਿਮਰਨ ਹੋਵੇ ਤੇ ਉਹਦੀ ਇਹ ਵਿਚਾਰ ਹੋਵੇ। ਫਿਰ ਉਹਨਾਂ ਨੇ ਦੱਸਿਆ ਵੀ ਇਸ ਸੰਸਾਰ ਦੇ ਵਿੱਚ ਸਾਰੇ ਜੀਵ ਨੇ ਜਿਹੜੇ ਉਹ ਦੁਖੀ ਨੇ। ਦੁਖੀ ਕਿਉਂ ਨੇ? ਕਿਉਂਕਿ ਇੱਥੇ ਆ ਕੇ ਇਹ ਸੰਸਾਰ ਦੇ ਨਾਲ ਹੀ ਜੁੜ ਗਏ ਨੇ, ਇਹਦੇ ਨਾਲ ਹੀ ਵੱਜ ਗਏ। ਮਾਰੇ ਫਰਮਾਉਂਦੇ ਮਨ ਪਰਦੇਸੀ ਜੇਸੀ ਇਹ ਸਭ ਦੇਸ਼ ਪਰਾਇਆ, ਕਿਸ ਵੇ ਖੋਲੋਂ ਗੰਠੜੀ ਦੁਖੀ ਭਰ ਆਇਆ। ਦੁਖੀ ਭਰ ਆਇਆ ਜਗਤ ਸਵਾਇਆ, ਕੌਣ ਜਾਣੇ ਵਿਦ ਮੇਰੀਆਂ। ਮਾਰੇ ਕਹਿੰਦੇ ਵੀ ਇਹ ਤਾਂ ਜੀਵ ਆਪਦਾ ਦੁੱਖ ਹੀ ਫਰੋਲਦੇ, ਦੁੱਖ ਹੀ ਕੱਢਦੇ, ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸਲ ਜਿਹੜਾ ਸਾਡੇ ਜੀਵਨ ਦਾ ਮਕਸਦ ਕੀ ਹੈ। ਸੋ ਇਸੇ ਤਰ੍ਹਾਂ ਫਿਰ ਜਦੋਂ ਉਹਨਾਂ ਨੂੰ ਸੰਗਤ ਨਾ ਮਿਲੇ ਤੇ ਫਿਰ ਉਹਨਾਂ ਦਾ ਮਨ ਸੀ ਜਿਹੜਾ ਉਦਾਸ ਰਹਿਣ ਲੱਗੇ। ਫਿਰ ਸਮਾਂ ਆਇਆ, ਕੋਈ ਸੰਤ ਮੰਡਲੀ ਸੀ, ਜਿਵੇਂ ਪੁਰਾਤਨ ਸਮਿਆਂ ਦੇ ਵਿੱਚ ਇਕੱਠੇ ਹੋ ਕੇ ਸੰਤ ਸਾਧੂ ਚੱਲਦੇ, ਉਹਨਾਂ ਨੂੰ ਕਹਿੰਦੇ ਸੰਤ ਮੰਡਲੀ। ਉਹ ਫਿਰ ਜਦੋਂ ਇਕੱਠੇ ਹੁੰਦੇ ਤੇ ਇਕੱਠੇ ਹੋ ਕੇ ਉਹ ਫਿਰ ਉਪਦੇਸ਼ ਕਰਦੇ, ਉਹ ਫਿਰ ਵਿਚਾਰ ਸੁਣਾਉਂਦੇ ਤੇ ਜੀਵ ਦੂਰੋਂ ਦੂਰੋਂ ਇਕੱਠੇ ਹੋ ਕੇ ਜਾਂਦੇ ਸੰਗਤ ਕਰਨ। ਜਿਵੇਂ ਹੁਣ ਆਪਾਂ ਦੇਖਦੇ ਵੀ ਦੀਵਾਨ ਲੱਗਦੇ, ਕਿਤੇ ਦੀਵਾਨਾਂ 'ਤੇ ਸੰਗਤਾਂ ਜਾਂਦੀਆਂ, ਇਸੇ ਤਰ੍ਹਾਂ ਉਦੋਂ ਫਿਰ ਦੂਰੋਂ ਦੂਰੋਂ ਜੀਵ ਇਕੱਠੇ ਹੋ ਕੇ ਆਉਂਦੇ ਵੀ ਸੰਤ ਮੰਡਲੀ ਆਈਏ, ਵੀ ਉਹਨਾਂ ਦੇ ਵਿਚਾਰ ਸੁਣੀਏ। ਉਹ ਜਦੋਂ ਸੰਤ ਮੰਡਲੀ ਆਈ ਤੇ ਸੰਗਤਾਂ ਕਹਿਣ ਲੱਗੀਆਂ ਵੀ ਉੱਥੇ ਸੰਤ ਮੰਡਲੀ ਆਈ ਹੈ, ਵੀ ਤੁਸੀਂ ਵੀ ਨਾਲ ਚੱਲੋ, ਵੀ ਸੰਗਤ ਕਰਕੇ ਆਈਏ ਉਹਨਾਂ ਦੀ। ਅਤੇ ਮਹਾਰਾਜ ਜੀ ਨੂੰ ਬੜਾ ਚਾਅ ਹੋਇਆ ਮਨ ਦੇ ਵਿੱਚ ਵੀ ਚਲੋ ਸੰਤਾਂ ਦੇ ਦਰਸ਼ਨ ਕਰਾਂਗੇ ਅਤੇ ਉਹਨਾਂ ਦੀ ਵਿਚਾਰ ਸੁਣਾਂਗੇ, ਮਾਲਕ ਦੇ ਗੁਣ ਗਾਉਣਗੇ। ਜਦੋਂ ਗਏ ਸੰਗਤ ਕਰਨ ਅਤੇ ਉਹ ਜਿਹੜੇ ਸੰਤ ਸੀ ਉਹਨਾਂ ਨੂੰ ਵੀ ਅੰਦਰ ਦਾ ਭੇਤ ਨਹੀਂ ਸੀ, ਸਿਰਫ ਬਾਹਰੀ ਦਿਖਾਵਾ ਸੀ। ਅਤੇ ਉਹ ਵੀ ਜਿਹੜੀ ਵਿਚਾਰ ਸੀ ਉਹ ਤ੍ਰੈ ਗੁਣਾਂ ਦੀ ਕਰਦੇ, ਮਾਇਆ ਦੀ ਕਰਦੇ, ਦੁਬਦਾ ਦੀ ਗੱਲ ਕਰਦੇ। ਜਦੋਂ ਉਹਨਾਂ ਨੇ ਸਾਰਾ ਜਿਹੜਾ ਕੀਤਾ ਵਿਚਾਰ ਸੁਣੀ ਉਹਨਾਂ ਦੀ, ਅਤੇ ਮਹਾਰਾਜ ਹੋਰ ਉਹਨਾਂ ਦਾ ਮਨ ਸੀ ਜਿਹੜਾ ਉਦਾਸ ਹੋ ਗਿਆ। ਬਈ ਸੰਸਾਰ ਦੇ ਵਿੱਚ ਜੀਵ ਜਿਨ੍ਹਾਂ ਨੂੰ ਸੰਤ ਸਮਝਦੇ ਨੇ, ਸੰਤ ਸਮਝ ਕੇ ਦੂਰੋਂ ਦੂਰੋਂ ਇਹਨਾਂ ਪਾਸ ਆਉਂਦੇ ਨੇ, ਇਹ ਆਪ ਹੀ ਜੇ ਦੁਬਦਾ ਵਸ ਨੇ, ਇਹਨਾਂ ਨੂੰ ਆਪ ਹੀ ਨਾਮ ਦਾ ਭੇਤ ਨਹੀਂ, ਪਰਮਾਤਮਾ ਸੱਚ ਦਾ ਭੇਤ ਨਹੀਂ, ਇਹ ਆਪ ਹੀ ਤ੍ਰੈ ਗੁਣਾਂ 'ਚ ਮਾਇਆ 'ਚ ਫਸੇ ਨੇ, ਅਤੇ ਇਹ ਅੱਗੇ ਜੀਵਨ ਨੂੰ ਕੀ ਦੱਸਣਗੇ, ਕੀ ਉਪਦੇਸ਼ ਦੇਣਗੇ। ਇਸ ਵਾਸਤੇ ਫਿਰ
ਉਹਨਾਂ ਨੇ ਦੇਖਿਆ ਵੀ ਇਹ ਦੁਬਦਾ ਵਸ ਨੇ ਤੇ ਇਹ ਅੱਗੇ ਫਿਰ ਦੁਬਦਾ ਦੀ ਗੱਲ ਸੁਣਾ ਕੇ ਹੋਰ ਜੀਵ ਨੂੰ ਦੁਬਦਾ 'ਚ ਪਾ ਦਿੰਦੇ ਨੇ। ਜਿਵੇਂ ਜੀਵ ਸੰਤਾਂ ਵਾਸਤੇ ਇਸ ਕਰਕੇ ਜਾਂਦਾ ਹੈ ਵੀ ਸਾਡੇ ਮਨ ਤਾਂ ਪਹਿਲਾਂ ਹੀ ਦੁਖੀ ਨੇ, ਪਹਿਲਾਂ ਹੀ ਅਸ਼ਾਂਤ ਨੇ, ਸਾਡੇ ਪਰਿਵਾਰਾਂ 'ਚ ਕਲੇਸ਼ ਹੈ, ਸੰਸਾਰ 'ਚ ਕਲੇਸ਼ ਹੈ, ਇਹ ਦੁਰਮਤ ਦੀ ਅਗਨ ਜਿਹੜੀ ਸਾਡੇ ਮਨ ਨੂੰ ਜਾਣਦੀ ਪਈ ਹੈ। ਜੀਵ ਜਾਂਦਾ ਸੰਗਤ ਕਰਨ ਵੀ ਮੇਰੇ ਮਨ ਨੂੰ ਸ਼ਾਂਤੀ ਆਵੇ, ਸੁੱਖ ਮਿਲੇ। ਹੁਣ ਜੇ ਉਹਨਾਂ ਨੂੰ ਹੀ ਗਾਂਹ ਅੱਗੇ ਭੇਤ ਨਹੀਂ, ਉਹ ਅਨਾੜੀ ਸੰਤ ਨੇ ਤੇ ਉਹ ਬਲਦੀ ਵਿੱਚ ਹੋਰ ਤੇਲ ਪਾ ਦਿੰਦੇ ਨੇ, ਉਹ ਹੋਰ ਮਨ ਨੂੰ ਅਸ਼ਾਂਤ, ਹੋਰ ਦੁਖੀ ਕਰ ਦਿੰਦੇ ਨੇ। ਜਿਸ ਨੂੰ ਮਹਾਰਾਜ ਕਹਿੰਦੇ ਬਲਦੀ ਅੰਦਰ ਤੇਲ ਦੁਬਦਾ ਘੱਤਿਆ, ਵੀ ਬਲਦੀ ਦੇ ਵਿੱਚ ਹੋਰ ਤੇਲ ਪਾ ਕੇ ਹੋਰ ਮਨ ਸੀ ਜਿਹੜਾ ਹੋਰ ਅਸ਼ਾਂਤ, ਹੋਰ ਦੁਖੀ ਕਰ ਦਿੰਦੇ। ਸੋ ਇਸ ਤਰ੍ਹਾਂ ਫਿਰ ਜਦੋਂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾ ਸੰਗ ਕੀਤਾ, ਦੇਖਿਆ, ਤੇ ਉਹ ਹੋਰ ਮਨ ਸੀ ਜਿਹੜਾ ਹੋਰ ਉਦਾਸ ਹੋ ਗਿਆ। ਫਿਰ ਜਦੋਂ ਬਹੁਤ ਉਦਾਸ ਰਹਿਣ ਲੱਗੇ ਤੇ ਫਿਰ ਉੱਥੇ ਉਹਨਾਂ ਨੂੰ ਦੱਸਿਆ ਵੀ ਇੱਥੇ ਇੱਕ ਸੰਤ ਨੇ, ਸਾਈਂ ਮੀਆਂ ਮੀਰ ਜੀ, ਬਈ ਤੁਸੀਂ ਉਹਨਾਂ ਦਾ ਸੰਗ ਕਰ ਲਿਆ ਕਰੋ, ਉਹਨਾਂ ਕੋਲ ਚਲੀ ਜਾਇਆ ਕਰੋ। ਫਿਰ ਮਹਾਰਾਜ ਜਦੋਂ ਉਹਨਾਂ ਕੋਲ ਗਏ ਤੇ ਉਹਨਾਂ ਨੂੰ ਸੱਚ ਤੇ ਨਾਮ ਦਾ ਭੇਦ ਸੀ। ਸਾਈਂ ਮੀਆਂ ਮੀਰ ਜੀ ਉਹ ਫਿਰ ਮਾਲਕ ਦੀ ਵਿਚਾਰ ਕਰਦੇ ਤੇ ਉਹਨਾਂ ਨੇ ਫਿਰ ਦੱਸਿਆ ਵੀ ਜੋ ਤੁਹਾਡੇ ਪਿਤਾ ਜੀ ਨੇ ਗੁਰੂ ਰਾਮਦਾਸ ਜੀ, ਵੀ ਉਹਨਾਂ ਨੂੰ ਤੁਸੀਂ ਇਕੱਲਾ ਆਪਦੇ ਪਿਤਾ ਹੀ ਨਾ ਸਮਝਿਓ, ਉਹ ਸਤਿਗੁਰੂ ਨੇ। ਉਹਨਾਂ ਦੇ ਪਰਮਾਤਮਾ ਦੇ ਵਿੱਚ ਕੋਈ ਅੰਤਰ, ਕੋਈ ਫਰਕ ਨਹੀਂ ਹੈ। ਉਹ ਆਪ ਮਿਲੇ ਨੇ ਤੇ ਉਹ ਸਭ ਨੂੰ ਮਿਲਾ ਵੀ ਸਕਦੇ ਨੇ। ਫਿਰ ਜਦੋਂ ਉਹਨਾਂ ਨੂੰ ਭੇਜ ਆਇਆ ਤੇ ਫਿਰ ਬਹੁਤ ਜ਼ਿਆਦਾ ਵਿਰਾਗੀ ਹੋ ਗਿਆ ਮਨ। ਵਿਰਾਗੀ ਹੋਏ ਹੋਏ ਫਿਰ ਜਦੋਂ ਸੰਗਤ ਆਈ, ਸੰਗਤ ਜਦੋਂ ਆਈ ਤੇ ਨਾਲ ਲੈ ਕੇ ਆਏ ਗੁਰੂ ਰਾਮਦਾਸ ਜੀ ਵਾਸਤੇ, ਫਿਰ ਬੜੇ ਵਿਰਾਗੀ ਹੋਏ, ਵਿਰਾਗੀ ਹੋ ਕੇ ਮਿਲੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਇਆ ਬਈ ਦੋ ਰਸਤੇ ਨੇ, ਇੱਕ ਲਿਵ ਦਾ ਤੇ ਦੂਸਰਾ ਧਾਤ ਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤੋਂ ਪੁੱਛਣ ਲੱਗੇ ਫਿਰ ਵੀ ਇਹਨਾਂ ਦੋਵਾਂ ਰਸਤਿਆਂ ਤੇ ਕੀ ਕੀ ਹੈ, ਸਾਨੂੰ ਇਹਦਾ ਚੰਗੀ ਤਰ੍ਹਾਂ ਭੇਜ ਦੇ। ਫਿਰ ਮਹਾਰਾਜ ਨੇ ਦੱਸਿਆ ਵੀ ਜਿਹੜਾ ਇਹ ਧਾਤ ਦਾ ਰਸਤਾ ਹੈ ਇਹਦੇ ਤੇ ਕੀ ਹੈ, ਤੇ ਜਿਹੜਾ ਲਿਵ ਦਾ ਰਸਤਾ ਇਹਦੇ ਤੇ ਕੀ ਹੈ। ਇਹ ਦੋ ਹੀ ਰਾਹ ਨੇ, ਤੀਜਾ ਕੋਈ ਰਾਹ ਨਹੀਂ ਹੈ। ਮਹਾਰਾਜ ਫਰਮਾਉਂਦੇ ਲਿਵ ਧਾਤ ਦੋਏ ਰਾਹੋ ਹੈ, ਹੁਕਮੀ ਕਾਰ ਕਮਾਈ। ਉਹਨਾਂ ਨੇ ਦੱਸਿਆ ਵੀ ਜਿਹੜਾ ਧਾਤ ਦਾ ਰਸਤਾ ਹੈ ਇਹ ਵੈਰ ਵਿਰੋਧ ਵਾਲਾ ਰਸਤਾ ਹੈ, ਇਹ ਮਨਮੁਖਾਂ ਦਾ ਰਸਤਾ ਹੈ। ਤੁਹਾਡਾ ਜੋ ਵੱਡਾ ਭਰਾ ਹੈ ਪ੍ਰਿਥਵੀ ਚੰਦ, ਉਹ ਧਾਤ ਦੇ ਰਸਤੇ ਤੇ ਜਾ ਰਹੀ ਹੈ, ਵੈਰ ਵਿਰੋਧ ਵਾਲੇ ਰਸਤੇ ਤੇ ਜਾ ਰਹੀ ਹੈ। ਤੁਸੀਂ ਇਸ ਰਸਤੇ ਤੇ ਨਹੀਂ ਜਾਣਾ। ਜਿਹੜਾ ਵੀ ਜੀਵੇ ਰਸਤੇ ਤੇ ਚੱਲਦਾ ਹੈ ਉਹ ਜੀਵਨ ਦੀ ਬਾਜੀ ਨੂੰ ਇੱਥੋਂ ਹਾਰ ਕੇ ਜਾਂਦਾ ਹੈ। ਉਹ ਇਸੇ ਵੀ ਦੁਖੀ ਰਹਿੰਦਾ ਹੈ ਤੇ ਅੱਗੇ ਵੀ ਉਹਨੂੰ ਦੁੱਖ ਹੀ ਦੁੱਖ ਹੈ, ਫਿਰ ਵਾਪਸ ਕਾਰਨ 'ਚ ਮੁੜ ਜਾਂਦਾ ਹੈ। ਮਾਰੇ ਫਰਮਾਉਂਦੇ ਜਹ ਪੈਂਦੇ ਲੂਟੀ ਪਨਹਾਰੀ, ਸੋ ਮਾਰਗ ਸੰਤ ਅੰਦਰਾਰੀ। ਉਹਨਾਂ ਨੇ ਦੱਸਿਆ ਵੀ ਜਿਹੜੇ ਪੈਂਡੇ ਤੇ ਚੱਲਦੇ ਹੋਏ ਅਸੀਂ ਲੁੱਟੇ ਜਾਣਾ, ਜੀਵਨ ਦੀ ਬਾਜੀ ਨੂੰ ਹਾਰ ਜਾਣਾ, ਤੁਸੀਂ ਇਹ ਰਸਤੇ ਤੇ ਜਾਣਾ ਨਹੀਂ। ਫਿਰ ਉਹਨਾਂ ਨੂੰ ਦੱਸਿਆ ਵੀ ਤੁਸੀਂ ਸੰਤ ਮਾਰਗ ਤੇ ਚੱਲਣਾ, ਲਿਵ ਦਾ ਰਸਤਾ ਜਿਹੜਾ ਇਹ ਅਖਤਿਆਰ ਕਰਨਾ, ਇਹ ਪ੍ਰੇਮ ਦਾ ਮਾਰਗ। ਇਹਦੇ ਉੱਤੇ ਚੱਲਦੇ ਹੋਏ ਤੁਸੀਂ ਇਹ ਸਿਮਰਨ ਕਰਨਾ ਹੈ, ਸ਼ਬਦ ਦੀ ਕਮਾਈ ਕਰਨੀ ਹੈ। ਉਹਨਾਂ ਨੂੰ ਸ਼ਬਦ ਦਿੱਤਾ, ਫਿਰ ਸਿਮਰਨ ਕਰਨ ਲੱਗੇ। ਨਾਲ ਨਾਲ ਸਿਮਰਨ ਕਰਦੇ, ਨਾਲ ਨਾਲ ਸੰਗਤ ਹੁੰਦੀ, ਗਿਆਨ ਲੈਂਦੇ, ਸੋਝੀ ਲੈਂਦੇ। ਇੱਕ ਦਿਨ ਫਿਰ ਮਾਤਾ ਜੀ ਉਹਨਾਂ ਤੋਂ ਪੁੱਛਣ ਲੱਗੇ ਵੀ ਤੁਸੀਂ ਕਿਹੜੀ ਕਮਾਈ ਕਰਦੇ ਹੋ, ਕਿਹੜਾ ਧਨ ਖੱਟ ਰਹੇ ਹੋ। ਫਿਰ ਗੁਰੂ ਅਰਜਨ ਦੇਵ ਜੀ ਮਾਤਾ ਜੀ ਨੂੰ ਦੱਸਣ ਲੱਗੇ ਬਈ ਮੈਂ ਗੁਰੂ ਨਾਨਕ ਦੇ ਘਰ ਦਾ ਉਹ ਧਨ ਖੱਟ ਰਿਹਾ, ਨਾਮ ਧਨ, ਜਿਹਦੀ ਇਸ ਲੋਕ ਤੇ ਪਰਲੋਕ ਦੇ ਵਿੱਚ ਕੋਈ ਤੋੜ ਨਹੀਂ ਆਈ।
ਮਾਤਾ ਜੀ ਪੁੱਛਣ ਲੱਗੇ ਵੀ ਉਹ ਧਨ ਫਿਰ ਤੁਸੀਂ ਕਿਵੇਂ ਖੱਟਦੇ ਹੋ, ਕਿਹੜੇ ਕਿਹੜੇ ਸਮੇਂ ਤੁਸੀਂ ਇਕੱਠਾ ਕਰਦੇ ਹੋ। ਫਿਰ ਮਹਾਰਾਜ ਦੱਸਣ ਲੱਗੇ ਬਈ ਇਹ ਜਿਹੜਾ ਸਿਮਰਨ ਹੈ ਇਹੋ ਸਾਡਾ ਜਪ ਤੇ ਇਹੋ ਸਾਡਾ ਤਪ ਬਣ ਗਿਆ। ਇੱਕ ਨਿਮਕ ਵੀ ਮੈਨੂੰ ਇਹ ਸਿਮਰਨ ਜਿਹੜਾ ਵਿਸਰਦਾ ਨਹੀਂ, ਚਾਹੇ ਮੈਂ ਚੱਲ ਰਿਹਾ, ਚਾਹੇ ਮੈਂ ਬੈਠਾ ਹਾਂ, ਚਾਹੇ ਇਸ਼ਨਾਨ ਕਰ ਰਹੇ, ਚਾਹੇ ਭੋਜਨ ਖਾ ਰਹੇ। ਐਸਾ ਸਾਧੂ ਦਾ ਸੰਗ ਕਰਕੇ ਗੁਰੂ ਰਾਮਦਾਸ ਜੀ ਨੂੰ ਸਾਧੂ ਕਹਿੰਦੇ। ਐਸਾ ਸਾਧੂ ਦਾ ਸੰਗ ਕਰਕੇ, ਸਤ ਸੰਗਤ ਕਰਕੇ ਗਿਆਨ ਹੋਇਆ ਬਈ ਇੱਕ ਨਿਮਕ ਵੀ ਮੈਨੂੰ ਸਿਮਰਨ ਵਿਸਰਦਾ ਨਹੀਂ। ਜਦੋਂ ਦਿਨ ਦੇ ਸਮੇਂ ਜਾਗਦੇ ਤਾਂ ਕਰਦੇ, ਸੁੱਤੇ ਪਏ ਵੀ ਚੱਲੀ ਜਾਂਦਾ। ਇੰਨਾ ਜ਼ਿਆਦਾ ਗੁਰੂ ਅਰਜਨ ਦੇਵ ਜੀ ਨੇ ਅਭਿਆਸ ਕੀਤਾ, ਗੁਰਮੰਤਰ ਨੂੰ ਦ੍ਰਿੜ ਕੀਤਾ। ਮਹਾਰਾਜ ਫਰਮਾਉਂਦੇ ਨੇ ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਨਿਮਕ ਨ ਵਿਸਰਿਓ ਮਨ ਤੇ ਹਰ ਹਰ, ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਘਰ ਪੂਚਾ, ਹਰ ਧਨ ਚਲਤੇ, ਹਰ ਧਨ ਵੈਸੇ, ਹਰ ਧਨ ਜਾਗਤ ਸੁਤਾ। ਬਈ ਇਹ ਸਿਮਰਨ ਜਿਹੜਾ ਇੰਨਾ ਜ਼ਿਆਦਾ ਦ੍ਰਿੜ ਕੀਤਾ ਬਈ ਜਾਗਦੇ ਤਾਂ ਚੱਲਦੇ, ਸੁੱਤੇ ਪਏ ਵੀ ਚੱਲੀ ਜਾਂਦਾ। ਫਿਰ ਉਹਨਾਂ ਨੇ ਜਦੋਂ ਇਹ ਗੁਰਮੰਤਰ ਨੂੰ ਦ੍ਰਿੜ ਕੀਤਾ, ਗੁਰੂ ਦੇ ਸ਼ਬਦ ਨੂੰ ਦ੍ਰਿੜ ਕੀਤਾ, ਫਿਰ ਕਹਿੰਦੇ ਵੀ ਅਸੀਂ ਇਹ ਭਵ ਸਾਗਰ ਤੋਂ ਪਾਰ ਹੋਏ। ਮਹਾਰਾਜ ਕਹਿੰਦੇ ਗੁਰ ਸ਼ਬਦ ਦ੍ਰਿੜਾਇਆ, ਪਰਮ ਪਦ ਪਾਇਆ, ਦੁਤੀਆ ਗਏ ਸੁਖ ਹੋਊ। ਕਹੋ ਨਾਨਕ ਭਵ ਸਾਗਰ ਤਰਿਆ, ਹਰ ਨਿਧ ਪਾਈ ਸਹਿਜੋ। ਜਦੋਂ ਅਭਿਆਸ ਕਰਨ ਲੱਗੇ, ਗੁਰਮੰਤਰ ਨੂੰ ਦ੍ਰਿੜ ਕੀਤਾ, ਜਿਵੇਂ ਹੁਣ ਆਪਾਂ ਸਾਰੇ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ। ਜਿਉਂ-ਜਿਉਂ ਆਪਾਂ ਇਹ ਸਿਮਰਨ ਕਰਦੇ, ਸਤ ਸੰਗਤ ਕਰਦੇ, ਅਭਿਆਸ ਕਰਦੇ, ਸਾਡਾ ਮਨ ਨਿਰਮਲ ਹੁੰਦਾ ਹੈ, ਮਨ ਦੀ ਮੈਲ ਲੱਥਦੀ ਹੈ। ਫਿਰ ਸਾਡਾ ਜਿਹੜਾ ਮਨ ਹੈ ਉਹ ਵੈਰਾਗੀ ਹੋ ਜਾਂਦਾ। ਜਦੋਂ ਮਨ ਜਿਉਂ-ਜਿਉਂ ਨਿਰਮਲ ਹੋਏਗਾ ਤਿਉਂ-ਤਿਉਂ ਵੈਰਾਗੀ ਹੁੰਦਾ ਜਾਂਦਾ। ਫਿਰ ਗੁਰੂ ਅਰਜਨ ਦੇਵ ਜੀ ਨੇ ਜਦੋਂ ਇੰਨਾ ਅਭਿਆਸ ਕੀਤਾ, ਮਨ ਬਹੁਤ ਜ਼ਿਆਦਾ ਵੈਰਾਗੀ ਹੋ ਗਿਆ ਵੀ ਹੁਣ ਕਿਹੜਾ ਸਮਾਂ ਆਵੇ ਮਾਲਕ ਦੇ ਨਾਲ ਮਿਲਾਪ ਹੋਵੇ, ਉਹਦੇ ਦਰਸ਼ਨ ਹੋਣ। ਹੁਣ ਸਾਧੂ ਰਿਹਾ ਨਹੀਂ ਜਾਂਦਾ, ਇੱਕ ਭੋਰੀ ਹੀ ਸਾਨੂੰ ਮਾਲਕ ਦੇ ਦਰਸ਼ਨ ਹੋ ਜਾਣ। ਮੇਰੇ ਇਹ ਜਿਹੜੇ ਨੇਤਰ, ਇਹਨਾਂ ਨੂੰ ਧੀਰਜ ਨਹੀਂ ਆਉਂਦਾ ਜਦ ਤੱਕ ਮਾਲਕ ਨੂੰ ਦੇਖ ਨਹੀਂ ਲੈਣ ਦੀ। ਫਿਰ ਬੇਨਤੀਆਂ ਕਰਦੇ ਨੇ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀ ਹੈ, ਤਿਸ ਮੋਹਨ ਲਾਲ ਪਿਆਰੇ, ਹੋ ਫਿਰੋਂ ਖਯੰਤੀ ਹੈ। ਤਿਸ ਦਰਸ ਪਿਆਰੇ, ਸਿਰ ਧਰੀ ਉਤਾਰੇ, ਇੱਕ ਭੌਰੀ ਦਰਸ਼ਨ ਦੀਜੇ। ਨੈਣ ਹਮਾਰੇ ਪਰ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤਰੀਜੇ। ਜਦੋਂ ਮਨ ਬਹੁਤ ਵੈਰਾਗੀ ਹੋ ਗਿਆ ਵੀ ਹੁਣ ਰਿਹਾ ਨਹੀਂ ਜਾਂਦਾ, ਤੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰਨ ਲੱਗੇ ਵੀ ਹੁਣ ਅਸੀਂ ਰਹਿ ਨਹੀਂ ਸਕਦੇ, ਸਾਨੂੰ ਮਿਲਾ ਦਿਓ। ਮਹਾਰਾਜ ਨੇ ਫਿਰ ਦੱਸਿਆ ਵੀ ਤੁਹਾਡੇ ਅੰਦਰ ਹੀ ਬੈਠੇ ਨੇ, ਨਿਜ ਮਹਿਲ ਸਿਰ ਘਰ, ਸਹਿਜ ਘਰ ਦੇ ਵਿੱਚ ਸਮਾਧੀ ਲਾ ਕੇ ਉੱਥੇ ਜਾ ਕੇ ਮਿਲ ਲਓ। ਫਿਰ ਮਹਾਰਾਜ ਗੁਰੂ ਅਰਜਨ ਦੇਵ ਜੀ ਬੇਨਤੀ ਕਰਨ ਲੱਗੇ ਵੀ ਜਦੋਂ ਅਸੀਂ ਅੰਦਰ ਜਾਵਾਂਗੇ, ਸਾਨੂੰ ਉਹਨਾਂ ਦੀ ਪਹਿਚਾਣ ਕਿੱਦਾਂ ਹੋਏਗੀ ਵੀ ਇਹੋ ਸਾਡੇ ਮਾਤਾ ਪਿਤਾ, ਸਾਡਾ ਮੂਲ ਹੈ। ਵੀ ਤੁਸੀਂ ਸਾਨੂੰ ਪਹਿਲਾਂ ਉਹਨਾਂ ਦੇ ਬਾਹਰ ਦਰਸ਼ਨ ਕਰਾ ਦਿਓ, ਸਾਨੂੰ ਪਹਿਚਾਣ ਤਾਂ ਕਰਾ ਦਿਓ, ਤਾਂ ਕਿ ਜਦੋਂ ਅਸੀਂ ਅੰਦਰ ਜਾਈਏ ਤੇ ਸਾਨੂੰ ਪਹਿਚਾਣ ਹੋ ਜੇ ਵੀ ਇਹੋ ਨੇ। ਫਿਰ ਮਹਾਰਾਜ ਨੇ ਭਰਮ ਦਾ ਪਰਦਾ ਪਾਸੇ ਕਰਕੇ ਉਹਨਾਂ ਨੂੰ ਬਾਹਰ ਪਰਮਾਤਮਾ ਨੂੰ ਦਿਖਾਇਆ, ਮਾਲਕ ਦੇ ਦਰਸ਼ਨ ਕਰਾਏ, ਜਿਵੇਂ ਹੁਣ ਆਪਾਂ ਨੂੰ ਗੁਰੂ ਪੰਜ ਪਿਆਰੇ ਕਰਾਉਂਦੇ ਨੇ। ਭਰਮ ਦਾ ਪਰਦਾ ਉਹ ਪਾਸੇ ਕਰਕੇ ਆਪਾਂ ਨੂੰ ਪਰਮਾਤਮਾ ਨੂੰ ਸਾਹਮਣੇ ਦਿਖਾ ਦਿੰਦੇ ਪ੍ਰਤੱਖ ਵੀ ਇਹ ਤੁਹਾਡਾ ਮਾਤਾ ਪਿਤਾ, ਤੁਹਾਡਾ ਮੂਲ ਹੈ। ਜਿਸ ਨੂੰ ਪਹਿਲਾਂ ਆਪਾਂ ਸੁਣਦੇ ਹਾਂ ਵੀ ਨੇੜੇ ਆ ਪਰ ਦਿਸਦਾ ਨਹੀਂ, ਉਹ ਫਿਰ ਗੁਰੂ ਨੇ ਸਾਨੂੰ ਨੇੜੇ ਦਿਖਾਉਣਾ ਹੁੰਦਾ। ਜਿਸ ਵਰਥਾਏ ਮਹਾਰਾਜ ਫਰਮਾਉਂਦੇ, ਨਿਗਟ ਸੁਣਿਓ ਔਰ ਪੇਖਿਓ ਨਾਹੀਂ, ਭਰਮ ਭਰਮ ਦੁੱਖ ਭਰੀਆ, ਹੋਏ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲਿਓ ਲਾਲ ਮਨ ਹਰੀਆ।
ਬਈ ਉਹਨਾਂ ਨੇ ਜਦੋਂ ਬਾਹਰ ਦਿਖਾ ਦਿੱਤਾ ਨੇੜੇ ਕਰਕੇ ਪੂਰੇ ਗੁਰ ਕਾ ਸੋਨਾ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ ਨੇੜੇ ਦਿਖਾ ਦਿੱਤਾ। ਹੁਣ ਕਹਿੰਦੇ ਤੁਸੀਂ ਅੰਤਰਮੁਖੀ ਹੋ, ਜੇ ਗੱਲਬਾਤ ਕਰਨੀ ਹੈ, ਮਨ ਜ਼ਿਆਦਾ ਵਿਰਾਗੀ ਹੈ ਬਈ ਜਦ ਤੱਕ ਸਾਡੇ ਨਾਲ ਗੱਲਾਂ ਨਹੀਂ ਕਰਦਾ, ਵਿਚਾਰਾਂ ਨਹੀਂ ਕਰਦਾ, ਉਹਨਾਂ ਸਮਾਂ ਰਹਿ ਨਹੀਂ ਸਕਦੇ। ਫਿਰ ਕਹਿੰਦੇ ਵੀ ਹੁਣ ਤੁਹਾਨੂੰ ਬਾਹਰ ਦਿਖਾ ਦਿੱਤਾ, ਜਿਹੜੀ ਗੱਲਬਾਤ ਕਰਨੀ ਹੈ ਉਹ ਤੁਸੀਂ ਹੁਣ ਅੰਤਰਮੁਖੀ ਹੋ ਕੇ ਅੰਦਰ ਜਾ ਕੇ ਕਰਿਓ ਸਹਿਜ ਘਰ ਦੇ ਵਿੱਚ। ਮਹਾਰਾਜ ਨੇ ਫਿਰ ਜਦੋਂ ਬਾਹਰ ਦੇਖਿਆ ਤੇ ਫਿਰ ਅੰਤਰਮੁਖੀ ਹੋ ਗਏ। ਅੰਤਰਮੁਖੀ ਹੋ ਕੇ ਫਿਰ ਜਾ ਕੇ ਉਹ ਦਰ ਦੇ ਉੱਤੇ ਆਸਣ ਲਾ ਲਿਆ, ਜਿਸ ਦਾ ਆਪਾਂ ਨੂੰ ਗੁਰੂ ਗਿਆਨ ਦਿੰਦਾ ਵੀ ਜਿੱਥੇ ਮਾਲਕ ਬੈਠਾ ਸਾਨੂੰ ਸਾਰਿਆਂ ਨੂੰ ਦੇਖਦਾ, ਸਾਡੀ ਸਾਰਿਆਂ ਦੀ ਪਾਲਣਾ ਪੋਸ਼ਣ ਕਰਦਾ। ਉਹ ਦਰ ਜਿੱਥੇ ਅਨਹਦ ਵਾਜੀ ਵੱਜਦੇ ਨੇ, ਜੋ ਆਪਾਂ ਪੜ੍ਹਦੇ ਰੋਜ਼, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੰਭਾਲੀ, ਬਾਜੇ ਨਾਦ ਅਨੇਕ ਸੰਖਾਂ ਕਿਤੇ ਬਾਬਨ ਹਾਰੇ। ਫਿਰ ਉੱਥੇ ਆਪਾਂ ਨੂੰ ਗੁਰੂ ਗਿਆਨ ਦਿੰਦਾ ਹੈ ਵੀ ਦਰ ਦੇ ਉੱਤੇ ਸ਼ਰਧਾ ਤੇ ਭਾਵਨਾ ਦੇ ਨਾਲ ਜਾ ਕੇ ਬੈਠ ਜਾਣਾ। ਉੱਥੇ ਮਹਾਰਾਜ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਜਾ ਕੇ ਦਰ ਦੇ ਉੱਤੇ ਆਸਣ ਲਾ ਲਿਆ, ਜਿਸ ਨੂੰ ਮਹਾਰਾਜ ਕਹਿੰਦੇ ਸਾਚ ਭੇਟ ਬੈਸਣ ਕੋ ਥਾਊ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਬਦ ਬਹਾਲੇ ਪਾਸ। ਬਈ ਜਦੋਂ ਉੱਥੇ ਸਾਡਾ ਮਨ ਸ਼ਰਧਾ ਤੇ ਭਾਵਨਾ ਦੇ ਨਾਲ ਬੈਠਦਾ ਹੈ ਤੇ ਜਦੋਂ ਮਾਲਕ ਨੂੰ ਪ੍ਰਤੀਤ ਆ ਜਾਂਦੀ, ਉਹ ਦਰ ਖੋਲ ਕੇ ਅੰਦਰ ਬੁਲਾ ਲੈਂਦੇ। ਮਹਾਰਾਜ ਗੁਰੂ ਅਰਜਨ ਦੇਵ ਜੀ ਇੱਥੇ ਬੜਾ ਸਮਾਂ ਬੈਠੇ ਰਹੇ ਦਰ ਦੇ ਉੱਤੇ। ਮਨ ਵਿਰਾਗੀ ਹੈ, ਵਿਰਾਗੀ ਹੋਏ ਬੈਠੇ ਵੀ ਕਦੋਂ ਮਾਲਕ ਬੁਲਾਵੇ ਦਰ ਖੋਲੇ, ਵਿਚਾਰ ਕਰੇ। ਹੁਣ ਮਾਲਕ ਨੇ ਬੁਲਾਇਆ ਹੀ ਨਹੀਂ ਉਹਨਾਂ ਨੂੰ, ਬੜਾ ਸਮਾਂ ਬੀਤ ਗਿਆ। ਜਦੋਂ ਕਾਫੀ ਸਮਾਂ ਬੀਤਿਆ ਤੇ ਉਹਨਾਂ ਦੇ ਮਨ ਦੇ ਵਿੱਚ ਥੋੜ੍ਹਾ ਜਿਹਾ ਰੋਸ ਆਇਆ, ਕਿਉਂਕਿ ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਕਈ ਵਾਰ ਰੋਸ ਵੀ ਆ ਜਾਂਦਾ ਬਈ ਇੰਨਾ ਸਮਾਂ ਹੋ ਗਿਆ ਬੈਠਿਆਂ ਨੂੰ, ਮਾਤਾ ਪਿਤਾ ਕਿਉਂ ਨਹੀਂ ਬੁਲਾਉਂਦੇ। ਮਨ 'ਚ ਉਹਨਾਂ ਦੇ ਆਇਆ ਵੀ ਜਦੋਂ ਹੁਣ ਬੁਲਾਉਣਗੇ ਵੀ ਅਸੀਂ ਵੀ ਬੋਲਣਾ ਨਹੀਂ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਬੱਚਾ ਮਾਤਾ ਪਿਤਾ ਨੂੰ ਬੁਲਾਵੇ, ਮਾਂ ਪਿਓ ਬੋਲਣ ਨਾ, ਤੇ ਉਹ ਬੱਚੇ ਦੇ ਮਨ 'ਚ ਰੋਸ ਆ ਜਾਂਦਾ ਵੀ ਮੈਂ ਜਦੋਂ ਬੁਲਾਉਣਾ ਉਦੋਂ ਬੋਲਦੇ ਨਹੀਂ, ਜਦੋਂ ਇਹ ਬੁਲਾਉਣਗੇ ਮੈਂ ਵੀ ਨਹੀਂ ਬੋਲਣਾ। ਇਸੇ ਤਰ੍ਹਾਂ ਹੀ ਜਦੋਂ ਫਿਰ ਮਹਾਰਾਜ ਦੇ ਮਨ 'ਚ ਆਇਆ ਵੀ ਜਦੋਂ ਬੁਲਾਉਣਗੇ ਬੋਲਣਾ ਨਹੀਂ, ਤੇ ਬੈਠੇ ਨੇ ਤੇ ਮਾਲਕ ਨੇ ਫਿਰ ਦਰ ਖੋਲ੍ਹ ਦਿੱਤਾ। ਜਦੋਂ ਦਰ ਖੋਲ੍ਹਿਆ ਤੇ ਅੰਦਰ ਬੁਲਾਇਆ ਤੇ ਉਹ ਬੋਲੇ ਹੀ ਨਹੀਂ। ਤੇ ਫਿਰ ਮਾਲਕ ਆਪ ਉਹਨਾਂ ਨੂੰ ਚੁੱਕ ਕੇ ਅੰਦਰ ਲੈ ਗਏ। ਜਦੋਂ ਲੈ ਕੇ ਗਏ ਮਾਲਕ ਬੁਲਾਉਣ ਤੇ ਉਹ ਬੋਲਣ ਨਾ, ਕਹਿੰਦੇ ਵੀ ਹੁਣ ਬੋਲਣਾ ਨਹੀਂ, ਇੰਨਾ ਸਮਾਂ ਇੰਤਜ਼ਾਰ ਕਰਾਇਆ। ਫਿਰ ਮਾਲਕ ਨੇ ਉਹਨਾਂ ਦੇ ਮੁੱਖ ਦੇ ਵਿੱਚ ਅੰਮ੍ਰਿਤ ਪਾ ਦਿੱਤਾ। ਮਹਾਰਾਜ ਕਹਿੰਦੇ ਹਰ ਅੰਮ੍ਰਿਤ ਰਸ ਪਾਇਆ, ਮੋਇਆ ਜਿਵਾਇਆ, ਫਿਰ ਬੌੜ ਮਰਨ ਨਾ ਹੋਈ। ਫਿਰ ਮਾਲਕ ਕਹਿਣ ਲੱਗੇ ਵੀ ਹੁਣ ਤਾਂ ਕੁਝ ਬੋਲੋ, ਵੀ ਹੁਣ ਤਾਂ ਤੁਹਾਨੂੰ ਸਦਾ ਵਾਸਤੇ ਅਮਰ ਕਰ ਦਿੱਤਾ। ਫਿਰ ਸਤਿਗੁਰੂ ਕਹਿੰਦੇ ਵੀ ਜਦੋਂ ਨੇਤਰ ਖੋਲ੍ਹੇ ਤੇ ਦੇਖਿਆ ਵੀ ਪ੍ਰਕਾਸ਼ ਹੀ ਪ੍ਰਕਾਸ਼। ਫਿਰ ਦੱਸਿਆ ਵੀ ਜਿੱਦਾਂ ਦਾ ਗੁਰੂ ਨੇ ਬਾਹਰ ਦਿਖਾ ਲਿਆ ਸੀ, ਜੋ ਬਾਹਰ ਦਰਸ਼ਨ ਕਰਾਏ ਸੀ, ਉਹੀਓ ਸਰੂਪ ਅੰਦਰ ਸੀ ਜਦੋਂ ਮਾਲਕ ਨੇ ਦਰ ਖੋਲ੍ਹ ਕੇ ਬੁਲਾਇਆ। ਮਹਾਰਾਜ ਦੱਸਦੇ ਕਹਿੰਦੇ ਖੋਲ ਕਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ। ਵੀ ਜਿੱਦਾਂ ਦਾ ਗੁਰੂ ਨੇ ਬਾਹਰ ਦਿਖਾ ਲਿਆ ਸੀ, ਉਹੀਓ ਸਰੂਪ ਅੰਦਰ ਸੀ, ਉਹੀਓ ਪ੍ਰਕਾਸ਼ ਅੰਦਰ ਸੀ। ਫਿਰ ਜਦੋਂ ਮਾਲਕ ਨੇ ਗੱਲ ਨਾਲ ਲਾਇਆ ਤੇ ਫਿਰ ਪੁੱਛਣ ਲੱਗੇ ਵੀ ਦੱਸੋ ਤੁਹਾਨੂੰ ਹੋਰ ਕੀ ਚਾਹੀਦਾ, ਕੀ ਲੋੜ ਹੈ, ਜੋ ਤੁਹਾਡੀ ਇੱਛਾ ਹੈ ਉਹੀਓ ਤੁਹਾਨੂੰ ਮਿਲੇਗਾ। ਫਿਰ ਮਹਾਰਾਜ ਇੱਥੇ ਆਖਣ ਲੱਗੇ ਵੀ ਹੁਣ ਸਾਡੀ ਕੋਈ ਇੱਛਾ ਨਹੀਂ। ਜਦੋਂ ਇਸ ਅਵਸਥਾ 'ਚ ਆਪਣਾ ਮਨ ਚਲਾ ਜਾਂਦਾ, ਉੱਥੇ ਜਾ ਕੇ ਫਿਰ ਕਿਸੇ ਕਿਸਮ ਦੀ ਕੋਈ ਇੱਛਾ, ਕੋਈ ਮੰਗ ਰਹਿ ਨਹੀਂ ਜਾਂਦੀ ਆਪਣੀ। ਫਿਰ ਮਹਾਰਾਜ ਨੇ ਆਖਿਆ ਵੀ ਜਦੋਂ ਹੁਣ ਤੂੰ ਸਾਨੂੰ ਮਿਲ ਗਏ, ਸਾਡੀ ਹੋਰ ਕੋਈ ਇੱਛਾ ਨਹੀਂ, ਹੋਰ ਸਾਡੀ ਕੋਈ ਮੰਗ ਨਹੀਂ ਹੈ। ਇਸੇ ਫਿਰ ਮਹਾਰਾਜ ਕਹਿੰਦੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ,
ਉਹਦੇ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ, ਲਖਮੀ ਤੋਟ ਨਾ ਆਵਈ ਖਾਈ ਖਰਚ ਰਹਿੰਦਾ, ਇਹ ਬੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ। ਫਿਰ ਉਹਨਾਂ ਨੇ ਦੱਸਿਆ ਵੀ ਹੁਣ ਸਾਨੂੰ ਕੋਈ ਇੱਛਾ ਨਹੀਂ ਹੈ, ਕੋਈ ਹੋਰ ਸਾਡੀ ਮੰਗ ਨਹੀਂ, ਜਦੋਂ ਤੂੰ ਸਾਨੂੰ ਮਿਲ ਗਿਆ, ਸਾਰੀ ਸ੍ਰਿਸ਼ਟੀ ਦਾ ਮਾਲਕ ਹੀ ਜਦੋਂ ਮਿਲ ਗਿਆ ਤੇ ਹੋਰ ਕੋਈ ਇੱਛਾ ਰਹੀ ਨਹੀਂ ਜਾਂਦੀ, ਕੋਈ ਮੰਗ ਰਹੀ ਨਹੀਂ ਜਾਂਦੀ। ਫਿਰ ਜਦੋਂ ਮਾਲਕ ਦੇ ਨਾਲ ਮਿਲਾਪ ਹੋਇਆ ਤੇ ਹੋਰ ਵੀ ਬਹੁਤ ਗੁਰਸਿੱਖ ਜਿਹੜੇ ਸੰਗਤ ਕਰਦੇ, ਗੁਰੂ ਰਾਮਦਾਸ ਜੀ ਦੀ ਫਿਰ ਆਪਸ ਵਿੱਚ ਵਿਚਾਰ ਕਰਦੇ ਸੰਗਤ ਤੋਂ ਬਾਅਦ। ਇੱਕ ਦਿਨ ਗੁਰਸਿੱਖ ਵਿਚਾਰ ਕਰਨ ਲੱਗੇ ਸਾਰੇ ਵੀ ਕੋਈ ਐਸਾ ਗੁਰਮੁਖ ਹੈ ਵੀ ਜਿਹੜਾ ਦਰ ਖੋਲ੍ਹ ਕੇ ਅੰਦਰ ਗਿਆ ਹੋਵੇ, ਜਿਹਨੇ ਮਾਲਕ ਦੇ ਨਾਲ ਵਿਚਾਰ ਕੀਤੀ ਹੋਵੇ। ਫਿਰ ਗੁਰੂ ਅਰਜਨ ਦੇਵ ਜੀ ਦੱਸਣ ਲੱਗੇ, ਕਹਿੰਦੇ ਵੀ ਅਸੀਂ ਗਏ, ਅਸੀਂ ਦੇਖਿਆ, ਤੇ ਜੋ ਦੇਖਿਆ ਫਿਰ ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਮੈਂ ਪੇਖਿਓ ਰੀ ਊਚਾ ਮੋਹਨ ਸਭ ਤੇ ਊਚਾ, ਆਨ ਸੰਸਰ ਕਉ ਲਾਗੇ ਢੂੰਡ ਰਹੇ ਹਮ ਉੱਚਾ। ਫਿਰ ਗੁਰਸਿੱਖ ਪੁੱਛਣ ਲੱਗੇ ਵੀ ਤੁਸੀਂ ਕਿਵੇਂ ਮਿਲਾਪ ਕੀਤਾ, ਵੀ ਉੱਥੇ ਕੀ ਨਿਸ਼ਾਨੀ ਸੀ, ਫਿਰ ਸਾਨੂੰ ਉੱਥੇ ਦੀ ਕੋਈ ਨਿਸ਼ਾਨੀ ਦੱਸੋ। ਫਿਰ ਗੁਰੂ ਅਰਜਨ ਦੇਵ ਜੀ ਦੱਸਣ ਲੱਗੇ ਵੀ ਅਸੀਂ ਸਹਿਜ ਗੁਫਾ ਦੇ ਵਿੱਚ ਆਸਣ ਲਾ ਕੇ ਬੈਠੇ, ਉੱਥੇ ਨਿਸ਼ਾਨੀ ਕੀ ਸੀ, ਉੱਥੇ ਅਨਹਦ ਸ਼ਬਦ, ਅਨਹਦ ਬਾਜੇ ਵੱਜਦੇ ਸੀ, ਉੱਥੇ ਹੀ ਮਾਲਕ ਬੈਠੇ ਸੀ। ਤੇ ਜਦੋਂ ਫਿਰ ਉੱਥੇ ਲਗਾਤਾਰ ਆਸਣ ਲਾ ਕੇ, ਤਾੜੀ ਲਾ ਕੇ, ਸਮਾਧੀ ਲਾ ਕੇ ਬੈਠੇ, ਤੇ ਫਿਰ ਉੱਥੇ ਮਾਲਕ ਦੇ ਨਾਲ ਵਿਚਾਰ ਹੋਈ। ਮਾਰੇ ਫਰਮਾਉਂਦੇ ਅਨਹਦ ਵਾਜੇ ਸਹਿ ਸਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ, ਸਹਿਜ ਗੁਫਾ ਮੇ ਤਾੜੀ ਲਾਈ, ਆਸਣ ਉੱਚ ਸਵਾਰਿਆ ਜੀ। ਉਹ ਵੀ ਉੱਚੀ ਥਾਂ 'ਤੇ ਆਸਣ ਲਾ ਕੇ ਉੱਥੇ ਬੈਠੇ ਤੇ ਉੱਥੇ ਮਾਲਕ ਦੇ ਨਾਲ ਵਿਚਾਰ ਹੋਈ। ਫਿਰ ਦੱਸਣ ਲੱਗੇ ਵੀ ਜਿੱਥੇ ਮਾਲਕ ਬੈਠੇ ਉਹ ਸਹਿਜ ਗੁਫਾ ਦੇ ਵਿੱਚ ਨਿਜ ਘਰ, ਸਿਰ ਘਰ, 10ਵੇਂ ਦੁਆਰ, ਗੁਰਦੁਆਰਾ ਕਹਿ ਦਿੱਤਾ, ਨਿਜ ਮਹਿਲ ਕਹਿ ਦਿੱਤਾ। ਵੀ ਜਿਹੜੇ ਵੀ ਗੁਰਮੁਖ, ਜਿਹੜੇ ਵੀ ਭਗਤ ਉੱਥੇ ਜਾਂਦੇ, ਮਾਲਕ ਉਹਨਾਂ ਦੇ ਨਾਲ ਵਿਚਾਰ ਕਰਦਾ, ਉਹਨਾਂ ਦੇ ਨਾਲ ਗੋਸ਼ਟ ਕਰਦਾ। ਮਾਰੇ ਫਰਮਾਉਂਦੇ ਨੇ ਸੁਨ ਸਮਾਧ ਗੁਫਾ ਤੇ ਆਸਣ, ਕੇਵਲ ਬ੍ਰਹਮ ਪੂਰਨ ਤੇ ਵਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨ ਸੋਗ ਜਨਮ ਨਹਿ ਮਰਤ। ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਗਏ, ਵੀ ਆਹ ਨਿਸ਼ਾਨੀ, ਵੀ ਇਸ ਤਰ੍ਹਾਂ ਮਿਲਾਪ ਕੀਤਾ, ਤੇ ਫਿਰ ਸਾਰਾ ਮਿਲਾਪ ਦਾ ਰਸਤਾ ਦੱਸਿਆ। ਫਿਰ ਉਹਨਾਂ ਨੂੰ ਜਦੋਂ ਮਿਲਾਪ ਹੋ ਗਿਆ, ਫਿਰ ਗੁਰੂ ਰਾਮਦਾਸ ਜੀ ਤੋਂ ਬਾਅਦ ਉਹਨਾਂ ਨੂੰ ਫਿਰ ਗੁਰਤਾ ਗੱਦੀ ਮਿਲੀ। ਫਿਰ ਅੱਗੇ ਸੱਚ ਤੇ ਨਾਮ ਦਾ ਭੇਤ ਸੰਗਤਾਂ ਨੂੰ ਦੇਣ ਲੱਗੇ। ਪਰ ਜਿਹੜੇ ਜੀਵ ਫਿਰ ਸੰਗਤ ਨਹੀਂ ਕਰਦੇ, ਉਹਨਾਂ ਨੂੰ ਫਿਰ ਇਹ ਭੇਤ ਜਿਹੜਾ ਉਹ ਚੰਗਾ ਨਹੀਂ ਲੱਗਦਾ। ਇਸ ਲੋਕ ਦੇ ਜਿਹੜੇ 5 ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਇਹ ਨਹੀਂ ਚਾਹੁੰਦੇ ਬਈ ਜੀਵ ਜਾਗਣ, ਇਹ ਨਹੀਂ ਚਾਹੁੰਦੇ ਵੀ ਜੀਵ ਸਿਮਰਨ ਕਰਨ, ਵੀ ਜੇ ਸਿਮਰਨ ਕਰਨਗੇ ਇਹਨਾਂ ਨੂੰ ਸੱਚ ਤੇ ਨਾਮ ਦਾ ਭੇਤ ਆਏਗਾ, ਇਹ ਜਾਗ ਜਾਣਗੇ। ਹੁਣ ਇਹਨਾਂ 5 ਨੇ ਸਾਰਿਆਂ ਨੂੰ ਆਪਦੇ ਗੁਲਾਮ ਬਣਾਏ, ਇਹ ਰਾਜੇ ਬਣੇ ਹੋਏ ਨੇ, ਇਹਨਾਂ ਨੇ ਨੌਕਰ ਬਣਾਏ ਹੋਏ ਮਨਾਂ ਨੂੰ। ਜੇ ਮਨ ਜਾਗ ਪੈਂਦੇ ਨੇ ਫਿਰ ਇਹਨਾਂ ਨੂੰ ਨੌਕਰ ਬਣਨਾ ਪੈਂਦਾ, ਇਹਨਾਂ ਨੂੰ ਗੁਲਾਮ ਬਣਨਾ ਪੈਂਦਾ। ਹੁਣ ਇਹ ਨਹੀਂ ਚਾਹੁੰਦੇ ਬਈ ਕੋਈ ਮਨ ਜਾਗੇ, ਇਸ ਵਾਸਤੇ ਫਿਰ ਇਹ ਰੁਕਾਵਟ ਪਾਉਂਦੇ ਵੀ ਇਹ ਜਿਹੜਾ ਸੱਚ ਤੇ ਨਾਮ ਦਾ ਪ੍ਰਚਾਰ ਹੈ ਵੀ ਇਹਨੂੰ ਬੰਦ ਕਰਾਓ, ਵੀ ਇਹ ਹੋਣਾ ਨਹੀਂ ਚਾਹੀਦਾ। ਜੇ ਹੋਏਗਾ ਤੇ ਜੀਵ ਜਾਗ ਜਾਣਗੇ। ਇਹੋ ਕਾਰਨ ਸੀ ਫਿਰ ਜੀਵਾਂ ਨੇ ਸੋਚਿਆ ਵੀ ਕਿਵੇਂ ਇਹ ਜਿਹੜਾ ਸੰਗਤ ਗਾਂਹ ਦੀ ਗਾਂਹ ਹੋਰ ਜੁੜ ਰਹੀ ਹੈ, ਅੱਗੇ ਦੀ ਅੱਗੇ ਗੁਰੂ ਘਰ ਦੇ ਨਾਲ, ਗੁਰੂ ਅਰਜਨ ਦੇਵ ਜੀ ਨਾਲ, ਵੀ ਇਹਨਾਂ ਨੂੰ ਰੋਕਿਆ ਜਾਵੇ। ਫਿਰ ਉਹਨਾਂ ਨੇ ਬਹਾਨਾ ਇਹ ਬਣਾਇਆ ਵੀ ਤੁਸੀਂ ਜਿਹੜੀ ਸੰਗਤ ਆਉਂਦੀ ਹੈ, ਇਹਨਾਂ ਜੋ ਮਾਇਆ ਆਉਂਦੀ ਹੈ, ਇਹਦੇ ਵਿੱਚੋਂ ਟੈਕਸ ਦੇਵੋ। ਅਤੇ ਇਸ ਕਰਕੇ ਫਿਰ ਉਹਨਾਂ ਨੇ ਜਦੋਂ ਇਹ ਬਹਾਨਾ ਬਣਾਇਆ ਅਤੇ ਮਹਾਰਾਜ ਨੇ ਮਨ੍ਹਾ ਕਰ ਦਿੱਤਾ, ਅਤੇ ਫਿਰ ਉਹਨਾਂ ਨੇ ਵਾਰੰਟ ਸੀ ਜਿਹੜੇ ਜਾਰੀ ਕਰ ਦਿੱਤੇ ਵੀ ਉਹਨਾਂ ਨੂੰ ਉੱਥੇ ਪੇਸ਼ ਕੀਤਾ ਜਾਵੇ।
ਫਿਰ ਗੁਰਸਿੱਖਾਂ ਨੇ ਮਤਾ ਪੁਗਾਇਆ, ਮਹਾਰਾਜ ਨੂੰ ਬੇਨਤੀ ਕਰਨ ਲੱਗੇ ਵੀ ਤੁਸੀਂ ਇਸ ਮਸਲੇ ਦਾ ਕੋਈ ਹੱਲ ਕੱਢੋ, ਜਾਂ ਤੁਸੀਂ ਪੱਤਰੀ ਉਹਨਾਂ ਨੂੰ ਚਿੱਠੀ ਭੇਜੋ, ਜਾਂ ਤੁਸੀਂ 2 ਗੁਰਸਿੱਖਾਂ ਨੂੰ ਮਾਨਕਾਂ ਨੂੰ ਭੇਜੋ ਵੀ ਉਹਨਾਂ ਦੇ ਨਾਲ ਜਾ ਕੇ ਵਿਚਾਰ ਕਰਨ ਵੀ ਕੋਈ ਨਾ ਕੋਈ ਇਹਦਾ ਉਪਾਅ ਤੁਸੀਂ ਕਰੋ, ਵੀ ਇਹ ਮਸਲੇ ਦਾ ਹੱਲ ਕਰੋ। ਉਹ ਫਿਰ ਮਹਾਰਾਜ ਗੁਰਬਾਣੀ 'ਚ ਦੱਸਦੇ, ਕਹਿੰਦੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਪਾਇਆ, ਮੈਂ ਸਭ ਕਿਛ ਛੋੜ ਰੱਬ ਤੂੰ ਹੀ ਤੇ ਆਇਆ। ਮਹਾਰਾਜ ਕਹਿੰਦੇ ਵੀ ਆਪਾਂ ਇਹ ਨਹੀਂ ਕਰਨਾ, ਆਪਾਂ ਸਿਰਫ ਮਾਲਕ ਨੂੰ ਧਿਆਉਣਾ ਹੈ, ਅਤੇ ਜੋ ਮਾਲਕ ਕਰੇਗਾ ਉਹੀਓ ਚੰਗਾ ਹੈ। ਗੁਰਮੁਖ ਦਾ ਫਿਰ ਇਹੀਓ ਜੀਵਨ ਹੁੰਦਾ ਹੈ। ਉਹਨਾਂ ਨੇ ਆਪਾਂ ਨੂੰ ਸਮਝਾਇਆ ਵੀ ਗੁਰਮੁਖ ਪਾਣੀ ਵਿੱਚ ਚੱਲਦਾ ਹੈ, ਵੀ ਜੋ ਵੀ ਮਾਲਕ ਕਰੇਗਾ ਉਹੀਓ ਸਾਡੇ ਵਾਸਤੇ, ਉਹਦੇ ਵਿੱਚ ਹੀ ਸਾਡੇ ਲਈ ਭਲਾ ਹੈ। ਫਿਰ ਆਪਾਂ ਸਾਰੇ ਜਾਣਦੇ ਵੀ ਕਿਵੇਂ ਗੁਰੂ ਅਰਜਨ ਦੇਵ ਜੀ ਨੂੰ ਫਿਰ ਸ਼ਹੀਦ ਕੀਤਾ ਗਿਆ। ਫਿਰ ਉਹਨਾਂ ਨੂੰ ਤਤੀ ਤਵੀ 'ਤੇ ਬਿਠਾ ਕੇ ਸਿਰ ਦੇ ਵਿੱਚ ਗਰਮ ਰੇਤ ਪਾਈ ਗਈ। ਹੁਣ ਇਹ ਸਾਰਾ ਕੁਛ ਕਾਹਦੇ ਵਾਸਤੇ ਹੋ ਰਿਹਾ ਹੈ? ਵੀ ਉਹਨਾਂ ਦਾ ਧਿਆਨ ਬਦਲਿਆ ਜਾਵੇ, ਕਿਉਂਕਿ ਜਿਹੜਾ ਖੇਲ ਚੱਲਦਾ ਹੈ 5 ਨੇ ਜਿਹੜੇ ਇਹ ਅਖੀਰ ਤੱਕ, ਤਾਈਓ ਆਪਾਂ ਨੂੰ ਗੁਰਬਾਣੀ 'ਚ ਦੱਸਿਆ ਅੰਤ ਕਾਲ ਤੱਕ ਇਹ ਖੇਲ ਚੱਲਦਾ ਹੈ। ਬਈ ਇਹ ਅਖੀਰ ਤੱਕ ਇਹ ਆਪਦੀ ਵਾਹ ਲਾਉਂਦੇ ਵੀ ਕਿਵੇਂ ਨਾ ਕਿਵੇਂ ਇਹਨਾਂ ਦਾ ਧਿਆਨ ਬਦਲਿਆ ਜਾਵੇ, ਵੀ ਇਹਨਾਂ ਦਾ ਧਿਆਨ ਇੱਧਰ ਮਾਇਆ ਵੱਲ ਆ ਜਾਵੇ, ਸਾਡੇ ਵੱਲ ਆ ਜਾਵੇ, ਤਾਂ ਕਿ ਇਹਨਾਂ ਨੂੰ ਜੀਵਨ ਦੀ ਬਾਜੀ ਨੂੰ ਹਰਾ ਸਕੀਏ। ਪਰ ਮਹਾਰਾਜ ਨੇ ਫਿਰ ਆਪਾਂ ਨੂੰ ਦੱਸਿਆ ਵੀ ਜੇ ਅਸੀਂ ਸ਼ਬਦ ਗੁਰੂ ਦੇ ਨਾਲ ਜੁੜੇ ਹੋਵਾਂਗੇ, ਨਾਮ ਦੇ ਨਾਲ ਜੁੜੇ ਹੋਵਾਂਗੇ, ਅਸੀਂ ਜਿਉਂਦੇ ਜੀ ਮਰਨਾ ਸਿੱਖਿਆ ਹੋਏਗਾ, ਅਤੇ ਫਿਰ ਆਪਣਾ ਮਨ ਹੈ ਜਿਹੜਾ ਉਹ ਕਦੇ ਦੁਖੀ ਹੁੰਦਾ ਨਹੀਂ ਹੈ। ਜਿਸ ਨੂੰ ਮਹਾਰਾਜ ਕਹਿੰਦੇ ਸ਼ਬਦ ਮਰੇ ਤਾਂ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ 'ਤੇ ਸੱਚ ਸਮਾਏ। ਆਪਾਂ ਨੂੰ ਦੱਸਿਆ ਵੀ ਐਸਾ ਯੋਗ ਅਸੀਂ ਸਾਰਿਆਂ ਨੇ ਕਮਾਉਣਾ, ਯੋਗ ਹੁੰਦਾ ਜੁੜਨਾ, ਵੀ ਐਸਾ ਅਸੀਂ ਜੁੜਨਾ ਨਾਮ ਦੇ ਨਾਲ, ਮਾਲਕ ਸੱਚ ਦੇ ਨਾਲ, ਵੀ ਜਿਉਂਦੇ ਜੀ ਮਰ ਜਾਣਾ। ਜਿਸ ਨੂੰ ਮਹਾਰਾਜ ਫਰਮਾਉਂਦੇ ਐਸਾ ਯੋਗ ਕਮਾਈਏ ਜੋਗੀ, ਜੀਵਤ ਅਮਰ ਰਹੀਏ, ਬਈ ਜਿਉਂਦੇ ਜੀ ਮਰਨ ਵਾਲੀ ਅਵਸਥਾ। ਜਿਵੇਂ ਆਪਾਂ ਦੇਖਦੇ ਵੀ ਜੀਵ ਸੰਸਾਰ ਦੇ ਵਿੱਚ ਕੋਈ ਵੀ ਦੇਹ ਛੱਡਦਾ ਹੈ, ਜਿਹੜਾ ਦੇਹ ਛੱਡ ਗਿਆ ਉਹਨੂੰ ਚਾਹੇ ਆਪਾਂ ਅਰਥੀ ਸੰਸਕਾਰ ਕਰ ਦਈਏ, ਅੱਗ ਲਾ ਦਈਏ, ਉਹਨੂੰ ਤਾਂ ਕੋਈ ਫਰਕ ਨਹੀਂ। ਉਹਨੂੰ ਚਾਹੇ ਆਪਾਂ ਪਾਣੀ ਦੇ ਵਿੱਚ ਰੋੜ ਦਈਏ, ਉਹਨੂੰ ਤਾਂ ਕੋਈ ਫਰਕ ਨਹੀਂ। ਚਾਹੇ ਉਹਨੂੰ ਮਿੱਟੀ 'ਚ ਦੱਬ ਦਿਓ, ਉਹਨੂੰ ਤਾਂ ਕੋਈ ਫਰਕ ਨਹੀਂ। ਚਾਹੇ ਉਹਨੂੰ ਜਾਨਵਰਾਂ ਨੂੰ ਸਿੱਟ ਦਿਓ, ਉਹ ਖਾ ਜਾਣ, ਉਹਨੂੰ ਤਾਂ ਕੋਈ ਫਰਕ ਨਹੀਂ। ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਕਹਿੰਦੇ ਵੀ ਜਿਉਂਦੇ ਜੀ ਜੇ ਮਰ ਜਾਈਏ ਅਤੇ ਫਿਰ ਕੋਈ ਫਰਕ ਨਹੀਂ ਪੈਂਦਾ ਹੈ। ਉਹੀਓ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਜੀਵਾਂ ਨੂੰ ਸਮਝਾਉਣ ਵਾਸਤੇ, ਦਿਖਾਉਣ ਵਾਸਤੇ ਵੀ ਜਿਹੜੀ ਜੀਵ ਦੀ ਮਰਨ ਤੋਂ ਬਾਅਦ ਅਵਸਥਾ ਹੁੰਦੀ, ਉਹੀਓ ਆਪਾਂ ਨੂੰ ਉਹਨਾਂ ਨੇ ਸਰੀਰ ਵਿੱਚ ਰਹਿੰਦੇ ਰਹਿੰਦੇ ਕਰਕੇ ਦਿਖਾ ਦਿੱਤਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੇ ਸਾਡੀ ਪ੍ਰੀਤ ਮਾਲਕ ਦੇ ਨਾਲ ਬਣ ਜਾਵੇ, ਸਾਡੀ ਲਿਵ ਟੁੱਟੀ ਹੋਈ ਜੁੜ ਜਾਵੇ, ਫਿਰ ਉਹ ਕਿਸੇ ਦੇ ਤੋੜਿਆਂ ਟੁੱਟਦੀ ਨਹੀਂ ਹੈ, ਪੰਜੇ ਜਿੰਨਾ ਮਰਜ਼ੀ ਜ਼ੋਰ ਲਾ ਲੈ। ਮਾਰੇ ਫਰਮਾਉਂਦੇ ਮੂਲ ਲਾਲਨ ਸਿਉ ਪ੍ਰੀਤ ਬਣੀ, ਤੋੜੀ ਨਾ ਟੂਟੇ ਛੋੜੀ ਨਾ ਛੂਟੇ, ਐਸੀ ਮਾਧੋ ਖਿੰਚਤ ਨਹੀਂ। ਬਈ ਕਿਸੇ ਦੇ ਤੋੜੇ ਤੋਂ ਫਿਰ ਉਹ ਟੁੱਟਦੀ ਨਹੀਂ। ਇਸ ਵਾਸਤੇ ਫਿਰ ਜਦੋਂ ਉਹਨਾਂ ਨੂੰ ਤਤੀ ਤਵੀ 'ਤੇ ਵੀ ਬਿਠਾਇਆ ਗਿਆ, ਫਿਰ ਵੀ ਉਹਨਾਂ ਨੇ ਸਹੀ ਦੇ ਵਿੱਚ ਇਹੀਓ ਆਖਿਆ ਵੀ ਤੇਰਾ ਜਿਹੜਾ ਭਾਣਾ ਸਾਨੂੰ ਉਹੀਓ ਮਿੱਠਾ ਲੱਗਦਾ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਹੁਣ ਗੁਰਮੁਖ ਦੀ ਇਹ ਅਵਸਥਾ ਹੈ ਵੀ ਉਹ ਪਾਣੀ ਵਿੱਚ ਰਹਿੰਦਾ। ਗੁਰਮੁਖ ਹੋਵੇ ਸੋ ਭਾਣਾ ਮੰਨੇ, ਬਈ ਤੂੰ ਜੋ ਵੀ ਕਰੇਗਾ ਸਾਡਾ ਉਹਦੇ ਵਿੱਚ ਹੀ ਭਲਾ ਹੈ।
ਉਹ ਇਹ ਨਹੀਂ ਹੈ ਬਈ ਉਹ ਸਮੇਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਜਾਂ ਕੁਦਰਤ ਦਾ ਜੋ ਇਹ ਨਿਯਮ ਹੈ ਨਿਯਮ ਦੇ ਵਿੱਚ ਕੋਈ ਵਿਘਨ ਪਾਉਂਦੇ ਨੇ। ਉਹ ਸਹਿਜ ਸੁਭਾਅ ਚੱਲਦੇ ਵੀ ਜੋ ਵੀ ਹੋ ਰਿਹਾ, ਜੋ ਵੀ ਤੂੰ ਕਰੇਂਗਾ ਸਾਡੇ ਵਾਸਤੇ ਉਹੀਓ ਭਲਾ ਹੈ, ਸਾਡੇ ਲਈ ਉਹੀਓ ਚੰਗਾ ਹੈ। ਇਸ ਵਾਸਤੇ ਫਿਰ ਉਹਨਾਂ ਨੇ ਆਪਾਂ ਨੂੰ ਸਮਝਾਇਆ ਵੀ ਜੇ ਸਾਨੂੰ ਕੋਈ ਦੁੱਖ ਹੈ ਅਸੀਂ ਦੁੱਖ 'ਚ ਵੀ ਤੈਨੂੰ ਧਿਆਉਣਾ, ਜੇ ਸੁੱਖ ਦੇਏਗਾ ਸੁੱਖ 'ਚ ਵੀ ਤੈਨੂੰ ਹੀ ਧਿਆਉਣਾ, ਤੇਰੀ ਅਰਾਧਨਾ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸੁੱਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਤਾ ਇੱਥੇ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਇਹ ਗੁਰਮੁਖ ਦੇ ਮਨ ਦੀ ਅਵਸਥਾ ਹੈ। ਇਹ ਨਹੀਂ ਬਈ ਜੇ ਥੋੜ੍ਹਾ ਜਿਹਾ ਦੁੱਖ ਆ ਗਿਆ ਤੇ ਰੋਸ ਕਰਨਾ ਸ਼ੁਰੂ ਕਰ ਦੇਣਾ, ਸੁੱਖ ਆ ਗਿਆ ਤੇ ਫਿਰ ਭੁੱਲ ਜਾਣਾ ਮਾਲਕ ਨੂੰ। ਸੋ ਦੁੱਖ ਸੁੱਖ ਇਹਨਾਂ ਦੋਵਾਂ ਤੋਂ ਉੱਪਰ, ਇਹਨਾਂ ਤੋਂ ਉੱਪਰ ਫਿਰ ਹੀ ਆਪਣਾ ਮਨ ਉੱਠਦਾ ਹੈ ਜਦੋਂ ਆਪਾਂ ਸ਼ਬਦ ਗੁਰੂ ਨਾਮ ਦੇ ਨਾਲ ਜੁੜ ਜਾਂਦੇ ਹਾਂ। ਇਸੇ ਕਰਕੇ ਫਿਰ ਆਪਾਂ ਨੂੰ ਗੁਰੂ ਸਾਹਿਬ ਨੇ ਸਮਝਾਇਆ ਬਈ ਤੁਸੀਂ ਵੀ ਉਸ ਨਾਮ ਦੇ ਨਾਲ ਜੁੜੋ ਜਿਹਦੇ ਨਾਲ ਉਹ ਆਪ ਜੁੜੇ। ਸੰਸਾਰ ਦੇ ਵਿੱਚ ਭਗਤ ਗੁਰੂ ਸਾਹਿਬਾਨ ਆਉਂਦੇ, ਸਤਿਗੁਰੂ ਆਉਂਦੇ ਆਪਾਂ ਨੂੰ ਜੀਵਾਂ ਨੂੰ ਸਮਝਾਉਣ ਵਾਸਤੇ। ਆਪਾਂ ਨੂੰ ਜਦੋਂ ਸਮਝਾਉਣ ਲਈ ਆਉਂਦੇ ਆਪਣੇ ਤੇ ਫਿਰ ਇਹੀਓ ਪਰਉਪਕਾਰ ਕਰਦੇ ਸਾਡੇ ਮਨਾਂ ਦੇ ਉੱਤੇ, ਸਾਨੂੰ ਭੁੱਲੇ ਹੋਏ ਜੀਵਾਂ ਨੂੰ ਨਾਮ ਦਾ ਭੇਦ ਦਿੰਦੇ, ਸੱਚ ਦਾ ਭੇਦ ਦਿੰਦੇ, ਆਪਾਂ ਨੂੰ ਭਗਤੀ ਦੇ ਉੱਤੇ ਲਾਉਂਦੇ ਤੇ ਸਾਨੂੰ ਵਿਛੜਿਆਂ ਨੂੰ ਪਰਮਾਤਮਾ ਤੋਂ ਵਾਪਸ ਫਿਰ ਸਾਨੂੰ ਪਰਮਾਤਮਾ ਦੇ ਨਾਲ ਜੋੜ ਦਿੰਦੇ, ਉਹਦੇ ਨਾਲ ਮਿਲਾਪ ਕਰ ਦਿੰਦੇ। ਇਸ ਲਈ ਮਹਾਰਾਜ ਫਰਮਾਉਂਦੇ ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਵਣ ਹਰ ਸਿਉ ਲੈਣ ਮਿਲਾਏ। ਜਦੋਂ ਆਪਾਂ ਗੁਰਮੁਖਾਂ ਦਾ ਸੰਗ ਕਰਦੇ, ਜਿਹੜਾ ਵੀ ਕਰਦਾ ਉਹਨਾਂ ਦਾ ਦੱਸਿਆ ਹੋਇਆ ਵਚਨ ਕਮਾਉਂਦਾ ਹੈ, ਉਹ ਇਹ ਭਵ ਸਾਗਰ ਤੋਂ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਅਸੀਂ ਜੋ ਗੁਰੂ ਨੇ ਸਾਨੂੰ ਵਚਨ ਕੀਤਾ ਉਸ ਵਚਨ ਨੂੰ ਅਸੀਂ ਹਿਰਦੇ 'ਚ ਵਸਾ ਲਿਆ, ਘੁੱਟ ਕੇ ਪੱਲੇ ਨਾਲ ਬੰਨ੍ਹ ਲਿਆ ਤੇ ਉਹਦੀ ਕਮਾਈ ਕੀਤੀ। ਮਾਰੇ ਫਰਮਾਉਂਦੇ ਬਚਨ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਕ ਗਾਠਰੀ ਵਾਧਾ। ਬਈ ਜੋ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਉਹਨਾਂ ਨੂੰ ਕਮਾਇਆ, ਉਹਨਾਂ ਨੂੰ ਮੰਨਿਆ। ਹੁਣ ਆਪਾਂ ਨੂੰ ਸਾਰਿਆਂ ਨੂੰ ਕਹਿੰਦੇ ਵੀ ਜੋ ਬਚਨ ਸਾਨੂੰ ਗੁਰਬਾਣੀ ਗੁਰੂ ਕਰ ਰਹੇ, ਜੇ ਅਸੀਂ ਇਹਨਾਂ ਬਚਨਾਂ ਨੂੰ ਮੰਨੀਏ, ਇਹਨਾਂ ਬਚਨਾਂ ਨੂੰ ਅਸੀਂ ਕਮਾਈਏ ਤੇ ਫਿਰ ਆਪਾਂ ਵੀ ਜੀਵਨ ਮੁਕਤ ਹੋ ਸਕਦੇ, ਆਪਾਂ ਵੀ ਮਾਲਕ ਨੂੰ ਮਿਲ ਸਕਦੇ ਹਾਂ। ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਦੱਸ ਰਹੇ, ਇਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ। ਮਹਾਰਾਜ ਫਰਮਾਉਂਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੁਣ ਆਪਾਂ ਨੂੰ ਕਹਿੰਦੇ ਵੀ ਜੋ ਗੁਰੂ ਕਹਿ ਰਹੇ ਉਹ ਕਾਰ ਕਮਾਵੋ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਬਈ ਜੋ ਗੁਰੂ ਬਚਨ ਕਹਿ ਰਹੇ ਉਹਨਾਂ ਬਚਨਾਂ ਨੂੰ ਮੰਨੋ, ਜੋ ਗੁਰੂ ਕਹਿ ਰਿਹਾ ਕਰਨ ਨੂੰ ਉਹ ਕਾਰ ਕਰੋ ਤੇ ਉਹਨਾਂ ਦੇ ਬਚਨਾਂ ਤੋਂ ਦੌੜੋ ਨਾ, ਭੱਜੋ ਨਾ ਹੋਰ ਪਾਸੇ। ਇਸ ਵਾਸਤੇ ਜਦੋਂ ਹੁਣ ਆਪਾਂ ਗੁਰੂ ਨੇ ਜੋ ਕਾਰ ਆਪਾਂ ਨੂੰ ਕਰਨ ਨੂੰ ਆਖਿਆ ਉਹ ਕਾਰ ਕਰਾਂਗੇ ਤੇ ਆਪਣਾ ਜਿਹੜਾ ਜੀਵਨ ਹੈ ਉਹ ਸੁਖੀ ਹੋ ਜਾਏਗਾ। ਹੁਣ ਕਿਹੜੀ ਕਾਰ ਆਪਾਂ ਨੂੰ ਕਰਨ ਨੂੰ ਆਖਿਆ? ਕਹਿੰਦੇ ਸਿਮਰਨ ਕਰੋ, ਰਾਮ ਸਿਮਰ ਰਾਮ ਸਿਮਰ, ਇਹ ਤੇਰੇ ਕਾਜ ਹੈ। ਵੀ ਇਹ ਸਾਡੇ ਮਨ ਦੀ ਕਾਰ ਹੈ। ਆਓ ਹੁਣ ਜਿਹੜੀ ਕਾਰ ਆਪਾਂ ਨੂੰ ਕਰਨ ਨੂੰ ਕਹਿ ਰਹੇ ਆਪਾਂ ਸਾਰਿਆਂ ਨੇ ਉਹ ਕਰਨੀ ਤਾਂ ਕਿ ਸਾਡੇ ਜਿਹੜੇ ਮਨ ਨੇ ਉਹ ਸੁਖੀ ਹੋ ਜਾਣ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਦੋਂ ਆਪਾਂ ਗੁਰਮੁਖ ਅਭਿਆਸ ਕਰਦੇ ਹਾਂ, ਇਹ ਆਪਾਂ ਗੁਰੂ ਦੀ ਦੱਸੀ ਹੋਈ ਜਿਹੜੀ ਕਾਰ ਹੈ ਉਹ ਕਮਾਉਂਦੇ ਆਪਾਂ ਨੂੰ ਇਹੋ ਫਿਰ ਕਹਿ ਰਹੇ ਵੀ ਵੱਧ ਤੋਂ ਵੱਧ ਸੇਵਾ ਨਾ ਕਰੋ, ਮਾਲਕ ਦੇ ਗੁਣ ਗਾਵੋ, ਮਾਲਕ ਦੀ ਵਡਿਆਈ ਸੋਭਾ ਕਰੋ। ਸੋ ਇਹ ਹੁਣ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ ਕੀਤੀ ਜਾਣਾ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਤ ਆਪਾਂ ਨੂੰ ਗੁਰਮੁਖ ਜਨਾਂ ਨੇ ਦਿੱਤਾ, ਗੁਰਬਾਣੀ ਗੁਰੂ ਦੁਆਰਾ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜਿਨ੍ਹਾਂ ਨੇ ਆਪ ਇਸ ਮਾਰਗ 'ਤੇ ਚੱਲਦੇ ਹੋਏ ਜੋ ਆਪਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਕੀਤਾ, ਉਸ ਉਪਦੇਸ਼ ਨੂੰ ਮੰਨਦੇ ਹੋਏ ਕਮਾਉਂਦੇ ਹੋਏ ਗੁਰਮੁਖਾਂ ਨੇ ਮਾਲਕ ਦੇ ਨਾਲ ਮਿਲਾਪ ਕੀਤਾ, ਪਰਮਾਤਮਾ 'ਚ ਅਭੇਤ ਹੋਏ। ਅਤੇ ਆਪਾਂ ਨੂੰ ਵੀ ਇਹੀਓ ਸਾਰਾ ਫਿਰ ਅੱਗੇ ਭੇਜ ਦਿੱਤਾ ਵੀ ਆਪਾਂ ਵੀ ਪਰਮਾਤਮਾ ਨੂੰ ਮਿਲ ਸਕਦੇ ਹਾਂ ਜੇ ਆਪਾਂ ਗੁਰਬਾਣੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੀਏ। ਸੋ ਆਪਾਂ ਵੀ ਸਾਰਿਆਂ ਨੇ ਹੁਣ ਕੋਸ਼ਿਸ਼ ਕਰਨੀ ਇਸ ਮਾਰਗ 'ਤੇ ਚੱਲਣ ਲਈ, ਸਿਮਰਨ ਕਰਨਾ, ਮਾਲਕ ਨੂੰ ਬੇਨਤੀਆਂ ਜੋਦੜੀਆਂ ਕਰਨੀਆਂ, ਵੀ ਸਤਿਗੁਰੂ ਕਿਰਪਾ ਕਰਨਾ ਆਪਣੇ 'ਤੇ, ਵੀ ਆਪਾਂ ਵੀ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਸਕੀਏ। ਇਹੀਓ ਫਿਰ ਭੱਟ ਸਾਹਿਬਾਨ ਕਹਿ ਰਹੇ ਵੀ ਪਰਮਾਤਮਾ ਅਤੇ ਗੁਰੂ ਅਰਜਨ ਦੇਵ ਜੀ ਦੇ ਵਿੱਚ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ, ਉਹ ਪ੍ਰਤੱਖ ਹਰੀ ਦਾ ਰੂਪ ਨੇ।
सो अपने सारिਆਂ ਤੇ ਕਿਰਪा ਕਰਨ ਵੀ ਆਪਾਂ ਵੀ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਸਕੀਏ। ਇਹੋ ਫਿਰ ਆਪਾਂ ਨੂੰ ਸਤਿਗੁਰੂ ਗੁਰਬਾਣੀ 'ਚ ਸਮਝਾਉਂਦੇ, ਭੰਨ ਮਥੁਰਾ ਕਿਛ ਭੇਦ ਨਾਹੀਂ, ਗੁਰ ਅਰਜਨ ਪ੍ਰਤੱਖ ਹਰ। ਵੀ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਦਾ ਰੂਪ ਨੇ, ਉਹਦੇ ਵਿੱਚ ਸਮਾ ਚੁੱਕੇ ਨੇ। ਸੋ ਇਸ ਲਈ ਆਪਣੇ 'ਤੇ ਸਤਿਗੁਰੂ ਕਿਰਪਾ ਕਰਨ ਵੀ ਆਪਾਂ ਵੀ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲ ਸਕੀਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।